ਕਿ ਕੁਝ ਕੁ ਪਰਸਨ ਜਿਹੜੇ ਹੈਗੇ ਆਪਦੀ ਚੀਚੀ ਉਂਗਲ ਕੱਟ ਦਿੰਦੇ ਆ ਤਾਂ ਉਸ ਤੋਂ ਬਾਅਦ ਇੱਕ ਹੈਂਡੀਕੈਪ ਦਾ ਸਰਟੀਫਿਕੇਟ ਈਜ਼ੀਲੀ ਮਿਲ ਜਾਂਦਾ ਹੈ ਹਨਾ। ਲੋਕ ਕਾਨੂੰਨੀ ਤੌਰ ਤੇ ਗੱਲਾਂ ਕੁਝ ਹੋਰ ਕਰਦੇ ਨੇ ਤੇ ਜਿਹੜਾ ਆਮ ਸਮਾਜਿਕ ਤੌਰ ਤੇ ਗੱਲਾਂ ਨੇ ਉਹ ਹੋਰ ਕਰਦੇ ਨੇ। ਇਹ ਹਾਥੀ ਦੇ ਦੰਦ ਨੇ ਦਿਖਾਉਣ ਲਈ ਹੋਰ ਹੁੰਦੇ ਨੇ ਤੇ ਖਾਣ ਲਈ ਹੋਰ ਹੁੰਦੇ ਨੇ। ਫਿਰ ਵੀ ਉਹ ਫੇਕ ਰਿਪੋਰਟਸ ਵਗੈਰਾ ਬਣਾ ਕੇ ਦਿਖਾਉਂਦੇ ਸੀ ਕਿ ਮੈਡੀਕਲ ਰੀਜ਼ਨਸ ਕਰਕੇ ਹੋਈ ਹੈ ਤਾਂ ਕਿ ਉਹ ਇੰਸ਼ੋਰੈਂਸ ਦਾ ਪੈਸਾ ਮਿਲੇ। ਕਿ ਕ੍ਰਾਈਮ ਹੁੰਦਾ ਕਿਉਂ ਹੈ? ਕ੍ਰਿਮੀਨਲ ਉਦੋਂ ਹੀ ਕ੍ਰਾਈਮ ਕਰਦਾ ਜਦੋਂ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ। ਕਿ ਤੁਸੀਂ ਵੀ ਹੋ ਉਦਾਸ ਤੇ ਨਿਰਾਸ਼ ਕਿ ਨਹੀਂ ਮਿਲ ਰਹੀ ਕੋਈ ਨੌਕਰੀ, ਹੋ ਬੇਰੁਜ਼ਗਾਰ, ਤਾਂ ਦੇਖੋ ਕਿ ਇੰਜ ਮਿਲਦੀ ਹੈ ਸਰਕਾਰੀ ਨੌਕਰੀ। ਜੀਟੀ ਰੋਡ ਐਫਐਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਮਸੌਨ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਪ੍ਰੋਗਰਾਮ ਦੇ ਵਿੱਚ ਵੀਡੀਓਜ਼ ਨੂੰ ਜਲਦੀ ਸ਼ੇਅਰ ਕਰਨਾ ਨਾ ਭੁੱਲਣਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਣਾ। ਪ੍ਰੋਗਰਾਮ ਹਾਲ ਬਿਆਨੀ ਲੈ ਕੇ ਮੈਂ ਹਾਜ਼ਰ ਹਾਂ ਮਨਦੀਪ ਮਸੌਨ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬਣੇ ਹੋਏ ਨੇ ਗੁਰਵਿੰਦਰ। ਬਹੁਤ ਸਵਾਗਤ ਹੈ ਜੀ ਮਨਦੀਪ। ਜੀਟੀ ਰੋਡ ਐਫਐਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗੱਲ ਹੈ ਕਿ ਇੰਜ ਮਿਲਦੀ ਹੈ ਸਰਕਾਰੀ ਨੌਕਰੀ। ਦੋਸਤੋ, ਹੁਣ ਗੱਲ ਤਾਂ ਹੈਗੀ ਹੈ ਕਿ ਤੁਸੀਂ ਵੀ ਸੋਚ ਰਹੇ ਹੋਵੋਗੇ ਵੀ ਸਰਕਾਰੀ ਨੌਕਰੀ ਸਾਨੂੰ ਵੀ ਪਤਾ ਕਿਵੇਂ ਮਿਲਦੀ ਹੈ, ਪਰ ਕਿਵੇਂ ਮਿਲਦੀ ਹੈ ਪੰਜਾਬ ਦੇ ਵਿੱਚ ਜ਼ਿਆਦਾ ਅਸੀਂ ਜੇ ਦੇਖੀਏ ਕਿ ਬਹੁਤ ਸਾਰੀਆਂ ਡਿਗਰੀਆਂ ਹੁੰਦੀਆਂ, ਐਗਜ਼ਾਮ ਵੀ ਹੁੰਦੇ ਆ, ਐਗਜ਼ਾਮ ਹੋ ਹੀ ਜਾਂਦੇ ਆ, ਕੁਝ ਲੋਕੀ ਟੈਸਟ ਕਲੀਅਰ ਕਰ ਲੈਂਦੇ ਆ, ਟੈਸਟ ਕਲੀਅਰ ਕਰਨ ਤੋਂ ਬਾਅਦ ਨੌਕਰੀ ਮਿਲ ਹੀ ਜਾਂਦੀ ਹੈ। ਪਰ ਇੱਕ ਹੋਰ ਜ਼ਰੀਆ ਵੀ ਹੈਗਾ ਨੌਕਰੀ ਮਿਲਣ ਦਾ, ਤੇ ਉਹ ਕੀ ਹੈ? ਉਹੀ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ। ਤਾਂ ਗੁਰਵਿੰਦਰ, ਕਿਵੇਂ ਮਿਲਦੀ ਹੈ ਫਿਰ ਸਰਕਾਰੀ ਨੌਕਰੀ? ਜੀ ਮਨਦੀਪ, ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਦੇ ਸਾਰੇ ਲੋਕ ਹੀ ਜਾਣੂ ਨੇ ਕਿ ਸਰਕਾਰੀ ਨੌਕਰੀ ਵੱਖ-ਵੱਖ ਤਰ੍ਹਾਂ ਦੇ ਟੈਸਟ ਦੇ ਕੇ ਵੱਖ-ਵੱਖ ਤਰ੍ਹਾਂ ਦੀਆਂ ਡਿਗਰੀਆਂ ਕੋਰਸ ਕਰਕੇ ਮਿਲਦੀ ਹੈ। ਪਰ ਇੱਕ ਅਜਿਹਾ ਤਰੀਕਾ ਵੀ ਹੈ ਜਿਸ ਨਾਲ ਸਰਕਾਰੀ ਨੌਕਰੀ ਬਿਨਾਂ ਕੋਈ ਪੜ੍ਹਾਈ ਕੀਤੇ, ਬਿਨਾਂ ਕੋਈ ਟੈਸਟ ਦਿੱਤੇ, ਬਿਨਾਂ ਕੋਈ ਡਿਗਰੀ ਕੀਤੇ ਵੀ ਮਿਲ ਜਾਂਦੀ ਹੈ। ਉਹ ਤਰੀਕਾ ਕੀ ਹੈ, ਇਹੀ ਆਪਾਂ ਇਸ ਵੀਡੀਓ ਰਾਹੀਂ ਚਾਨਣਾ ਪਾਵਾਂਗੇ। ਜਿਵੇਂ ਆਪਾਂ ਦੇਖਿਆ ਕਿ ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦੁਸ਼ਹਿਰੇ ਵਾਲੇ ਦਿਨ ਜੋ ਰੇਲ ਹਾਦਸਾ ਹੋਇਆ ਜਿਸ ਵਿੱਚ 61 ਲੋਕਾਂ ਦੀ ਮੌਤ ਹੋਈ, ਉਹਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਮਿਲੀ। ਉਸ ਤੋਂ ਬਾਅਦ ਆਪਾਂ ਇਸੇ ਸਾਲ ਕਰੋਨਾ ਕਾਲ ਵਿੱਚ ਜਦੋਂ ਲੋਕਡਾਊਨ ਚੱਲ ਰਿਹਾ ਸੀ ਉਹ ਦੇਖਿਆ ਕਿ ਜੋ ਜਾਲੀ ਸ਼ਰਾਬ ਫੜੀ ਗਈ ਸੀ ਤਰਨਤਾਰਨ ਵਿੱਚ ਤੇ ਜ਼ਹਿਰੀਲੀ ਸ਼ਰਾਬ ਕਾਰਨ ਜਿਹੜੇ 120 ਤੋਂ ਵੱਧ ਲੋਕ ਮਰੇ ਸੀ, ਉਹਨਾਂ ਦੇ ਵਾਰਸਾਂ ਨੂੰ ਵੀ ਸਰਕਾਰੀ ਨੌਕਰੀ ਮਿਲੀ। ਇਦਾਂ ਦੀਆਂ ਖਬਰਾਂ ਆਏ ਦਿਨ ਹੀ ਮਿਲਦੀਆਂ ਕਿ ਜਿਨ੍ਹਾਂ ਦੇ ਪਰਿਵਾਰਾਂ ਚੋਂ ਕਿਸੇ ਨੇ ਖੁਦਕੁਸ਼ੀ ਕਰ ਲਈ ਜਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਂ ਫਿਰ ਕੋਈ ਵੀ ਕਾਰਨ ਕਰਕੇ ਜਿਨ੍ਹਾਂ ਦੀ ਕਹਿ ਲੋ ਕਿ ਮੀਡੀਆ ਦੇ ਵਿੱਚ ਆ ਗਏ ਤੇ ਕਿਸੇ ਦੀ ਮੌਤ ਹੋ ਗਈ, ਕਿਸੇ ਦੇ ਸੱਟ ਲੱਗ ਗਈ, ਉਹਨਾਂ ਦੇ ਵਾਰਸਾਂ ਨੂੰ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਕੋਈ ਕੁਆਲੀਫਿਕੇਸ਼ਨ ਦੇਖੇ, ਬਿਨਾਂ ਕੋਈ ਯੋਗਤਾ ਦੇਖੇ ਹੋਏ ਸਰਕਾਰੀ ਨੌਕਰੀ ਆਸਾਨੀ ਨਾਲ ਮਿਲ ਜਾਂਦੀ ਹੈ ਜੀ। ਤਾਂ ਗੁਰਵਿੰਦਰ, ਤੁਹਾਨੂੰ ਨਹੀਂ ਲੱਗਦਾ ਕਿ ਜੋ ਸਰਕਾਰੀ ਨੌਕਰੀ ਹੈਗੀ ਹੈ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕੋਈ ਵੀ ਅਸੀਂ ਕਹਿ ਸਕਦੇ ਕਿ ਮੰਦਭਾਗੀ ਜੇ ਕੋਈ ਘਟਨਾ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਦੇ ਜਿਹੜੇ ਮੈਂਬਰਾਂ ਨੂੰ ਹੈ ਸਰਕਾਰ ਐਲਾਨ ਕਰਦੀ ਹੈ ਕਿ ਅਸੀਂ ਤੁਹਾਨੂੰ ਸਰਕਾਰੀ ਨੌਕਰੀ ਦੇਵਾਂਗੇ। ਬਿਲਕੁਲ ਤੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਰਾਹਤ ਦੇਣ ਲਈ ਹੁੰਦੀ ਹੈ, ਤਾਂ ਲੋਕ ਜਿਹੜੇ ਹੈਗੇ ਕਾਫੀ ਹੱਦ ਤੱਕ ਸਰਕਾਰ ਤੋਂ ਉਮੀਦਾਂ ਵੀ ਲਾ ਕੇ ਰੱਖਦੇ ਆ। ਹੁਣ ਜਦੋਂ ਇੱਕ ਪਰਿਵਾਰ ਦੇ ਵਿੱਚ ਕੋਈ ਹਾਦਸਾ ਹੋ ਗਿਆ ਜਾਂ ਅਸੀਂ ਕਹੀਏ ਕਿ ਉਸ ਘਰ ਦਾ ਮੋਢੀ ਜਿਹੜਾ ਹੈਗਾ ਉਹ ਮਰ ਗਿਆ ਜਾਂ ਕਿਸੇ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਸਰਕਾਰ ਜੇ ਨੌਕਰੀ ਦਾ ਐਲਾਨ ਕਰਦੀ ਹੈ ਤਾਂ ਫਿਰ ਇੱਥੇ ਗਲਤ ਕੀ ਹੈ? ਦੇਖੋ ਮਨਦੀਪ, ਗੱਲ ਸਹੀ ਗਲਤ ਦੀ ਨਹੀਂ ਹੈਗੀ। ਇੱਥੇ ਆਪਾਂ ਨੂੰ ਇਹ ਦੇਖਣਾ ਪਏਗਾ ਨਾ ਕਿ ਜੋ ਉਹ ਪਰਿਵਾਰਕ ਮੈਂਬਰ ਜਿਹੜਾ ਮੰਦਭਾਗੀ ਕੋਈ ਘਟਨਾ ਹੋਈ ਹੈ ਜਾਂ ਜਿਹੜਾ ਵੀ ਕੋਈ ਪਰਿਵਾਰਕ ਮੈਂਬਰ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਜਾਂ ਫਿਰ ਉਹਦੇ ਕੋਈ ਸੱਟ ਲੱਗੀ ਹੈ, ਉਹ ਕਿਸ ਕਾਰਨ ਕਰਕੇ ਲੱਗੀ ਹੈ, ਉਹਦੇ ਪਿੱਛੇ ਜਿਹੜਾ ਰਿਸਪੌਂਸਿਬਿਲਿਟੀ ਕਿਹਦੀ ਸੀ। ਜਿਵੇਂ ਹੁਣ ਆਪਾਂ ਦੇਖਿਆ ਕਿ ਜਾਲੀ ਸ਼ਰਾਬ ਵਾਲਾ ਕੇਸ ਲੈ ਲਓ ਜਾਂ ਰੇਲਵੇ ਫਾਟਕ ਵਾਲਾ ਲੈ ਲਓ। ਹੁਣ ਸਿੱਧੇ ਤੌਰ ਤੇ ਜੇ ਆਪਾਂ ਵਾਈਡ ਕਵਰ ਕਰਕੇ ਗੱਲ ਕਹੀਏ ਤਾਂ ਸਿੱਧਾ ਸਰਕਾਰ ਦੋਸ਼ੀ ਹੈ, ਪਰ ਜੇ ਆਪਾਂ ਬਰੀਕੀ ਨਾਲ ਇਸ ਮੁੱਦੇ ਦੀ ਜਾਂਚ ਕਰੀਏ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇੱਥੇ ਸਰਕਾਰ ਦੋਸ਼ੀ ਨਹੀਂ ਹੈਗੀ। ਜਿਹੜਾ ਵਿਭਾਗ ਹੈ, ਰੇਲਵੇ ਵਿਭਾਗ ਦੇ ਜਿਹੜੇ ਉਹ ਅਧਿਕਾਰੀ ਸੀਗੇ, ਇਹ ਉਹਨਾਂ ਦੀ ਡਿਊਟੀ ਸੀ ਕਿ ਉਹ ਟ੍ਰੇਨ ਦਾ ਸਿਗਨਲ ਸਹੀ ਟਾਈਮ ਤੇ ਚੇਂਜ ਕਰਦੇ ਤੇ ਟ੍ਰੇਨ ਨੂੰ ਰੋਕਦੇ। ਜਿਹੜੇ ਪਿੰਡਾਂ ਦੇ ਲੋਕ ਉੱਥੇ ਖੜੇ ਸੀ, ਜਿਹੜੇ ਲੋਕ ਦੁਸ਼ਹਿਰਾ ਦੇਖ ਰਹੇ ਸੀ, ਉਹਨਾਂ ਦਾ ਆਪਦਾ ਵੀ ਇੱਕ ਨਿੱਜੀ ਜਿਹੜਾ ਸੀਗਾ, ਇੱਕ ਨਿੱਜੀ ਰਿਸਪੌਂਸਿਬਿਲਿਟੀ ਬਣਦੀ ਸੀ ਕਿ ਉਹ ਨਾ ਖੜਦੇ। ਹੁਣ ਜੇ ਆਪਾਂ ਸੜਕ ਤੇ ਚੱਲ ਰਹੇ ਹਾਂ, ਮੰਨਿਆ ਕਿ ਸੜਕ ਸਰਕਾਰ ਦੀ ਹੈ, ਪਰ ਆਪਣੀ ਵੀ ਤਾਂ ਰਿਸਪੌਂਸਿਬਿਲਿਟੀ ਬਣਦੀ ਹੈ ਨਾ ਕਿ ਆਪਾਂ ਫੁੱਟਪਾਥ ਦੇ ਅੰਦਰ ਚੱਲੀਏ ਤੇ ਸਾਰੇ ਨਿਯਮਾਂ ਦਾ ਪਾਲਨ ਕਰੀਏ। ਜੇ ਹੁਣ ਆਪਾਂ ਕਹੀਏ ਕਿ ਆਪਾਂ ਸੜਕ ਦੇ ਵਿਚਾਲੋਂ ਕ੍ਰਾਸ ਕਰ ਦਈਏ ਜੋ ਟ੍ਰੈਫਿਕ ਚੱਲ ਰਿਹਾ ਤੇ ਉਦੋਂ ਤਾਂ ਫਿਰ ਕੋਈ ਵੀ ਹਾਦਸਾ ਹੋ ਸਕਦਾ ਤੇ ਉਹਦਾ ਮੁਆਵਜ਼ਾ ਫਿਰ ਸਰਕਾਰ ਕਿਉਂ ਦੇਵੇ? ਮੇਰੇ ਹਿਸਾਬ ਨਾਲ ਜਦੋਂ ਕੋਈ ਇਦਾਂ ਦੀ ਮੰਦਭਾਗੀ ਘਟਨਾ ਹੁੰਦੀ ਹੈ
ਜਾਂ ਜਿਹੜਾ ਵੀ ਕੋਈ ਦੋ, ਕਿਉਂਕਿ ਇਕੱਲੀ ਦੇਖੋ ਇੱਕ ਪਾਰਟੀ ਤਾਂ ਰਿਸਪੌਂਸਿਬਲ ਨਹੀਂ ਹੁੰਦੀ ਜਾਂ ਇੱਕ ਪਾਰਟੀ ਤਾਂ ਇਨਵੋਲਵ ਨਹੀਂ ਹੁੰਦੀ ਜੀ। ਇਸ ਦੇ ਵਿੱਚ ਡੈਫੀਨਿਟਲੀ ਗੱਲ ਹੈ ਨਾ, ਜਦੋਂ ਕੋਈ ਐਕਸੀਡੈਂਟ ਹੁੰਦਾ ਹੈ, ਜੋ ਕੋਈ ਵੀ ਇਦਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਦੋ ਪਾਰਟੀਆਂ ਇਨਵੋਲਵ ਹੁੰਦੀਆਂ ਨੇ, ਇੱਕ ਜਿਹਦੇ ਨਾਲ ਘਟਨਾ ਹੁੰਦੀ ਹੈ, ਇੱਕ ਜਿਹੜੇ ਦੇ ਕਰਕੇ ਘਟਨਾ ਹੁੰਦੀ ਹੈ। ਬਿਲਕੁਲ। ਤੇ ਜਦੋਂ ਆਪਾਂ ਕਰਦੇ ਮੁਆਵਜ਼ੇ ਦੀ ਗੱਲ, ਜਦੋਂ ਆਪਾਂ ਕਰਦੇ ਨੌਕਰੀਆਂ ਦੀ ਗੱਲ, ਜਦੋਂ ਇਹ ਮੁਆਵਜ਼ਾ ਹੈ ਇਹ ਆਉਣਾ ਚਾਹੀਦਾ ਉਹਨਾਂ ਜਿਹੜੀ ਪਾਰਟੀ ਕਰਕੇ ਇਹ ਗੱਲਾਂ ਹੋਈਆਂ ਨੇ। ਜੇ ਰੋਡ ਤੇ ਐਕਸੀਡੈਂਟ ਹੋਇਆ, ਜਿਹਨੇ ਐਕਸੀਡੈਂਟ ਕੀਤਾ ਹੈ, ਜਿਹੜਾ ਇਸ 'ਚ ਜ਼ਿੰਮੇਵਾਰ ਹੈ, ਜਿਹਦੀ ਗਲਤੀ ਹੈ, ਉਸ ਤੋਂ ਤੁਸੀਂ ਹਰਜ਼ਾਨਾ ਲਓ। ਜਿਹੜਾ ਨਾਲ ਹੋਇਆ, ਜਿਹੜਾ ਵਿਕਟਿਮ ਹੈ, ਉਹਨੂੰ ਤੁਸੀਂ ਹਰਜ਼ਾਨਾ ਦਿਓ। ਜਿਹੜਾ ਹੁਣ ਸਰਕਾਰ ਕੋਲ ਪੈਸਾ ਹੈ, ਇਹ ਆਪਣੇ ਆਮ ਲੋਕਾਂ ਦਾ ਭਰਿਆ ਹੋਇਆ ਟੈਕਸ ਹੈ। ਇਹ ਆਮ ਲੋਕਾਂ ਦੀ ਸਹੂਲਤ ਵਾਸਤੇ ਹੈ, ਚਾਹੇ ਉਹ ਸੜਕਾਂ ਹੋਵੇ, ਪਾਣੀ ਹੋਵੇ, ਲਾਈਟਾਂ ਹੋਵੇ, ਕੁਝ ਵੀ ਹੋਵੇ, ਇਹ ਆਪਣੀ ਸਹੂਲਤ ਵਾਸਤੇ ਹੈ। ਜਦੋਂ ਹੁਣ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਤੇ ਸਰਕਾਰ ਐਲਾਨ ਕਰ ਦਿੰਦੀ ਹੈ ਕਿ 5 ਲੱਖ ਮੁਆਵਜ਼ਾ ਦਿੱਤਾ ਜਾਏਗਾ, ਕਰੋੜ ਮੁਆਵਜ਼ਾ ਦਿੱਤਾ ਜਾਏਗਾ ਮਰਨ ਵਾਲਿਆਂ ਨੂੰ, ਪੈਸਾ ਸਰਕਾਰ ਕੋਲ ਆਉਂਦਾ ਕਿੱਥੋਂ? ਉਹ ਸਰਕਾਰ ਕੋਲ ਪੈਸਾ ਆਪਣੇ ਹੀ ਦਿੱਤਾ ਹੋਇਆ ਟੈਕਸ ਹੈ। ਬਿਲਕੁਲ। ਤੇ ਸਰਕਾਰ ਨੂੰ ਇਹ ਕਰਨਾ ਪੈਂਦਾ ਕਿਉਂਕਿ ਇਹ ਵੋਟ ਬੈਂਕ ਸਟਰੋਂਗ ਕਰਨਾ ਹੈ। ਜੇ ਹੁਣ ਸਰਕਾਰ ਨਹੀਂ ਕੁਝ ਕਰੇਗੀ ਤਾਂ ਫਿਰ ਜਿਹੜੀਆਂ ਓਪੋਜੀਸ਼ਨ ਵਾਲੀਆਂ ਪਾਰਟੀਆਂ ਨੇ, ਮੀਡੀਆ ਨੇ, ਸਾਰੇ ਨੇ ਸਰਕਾਰ ਤੇ ਦੋਸ਼ ਲਾ ਦੇਣੇ ਨੇ ਕਿ ਤੁਸੀਂ ਕੁਝ ਵੀ ਨਹੀਂ ਕੀਤਾ, ਜਦਕਿ ਇੱਥੇ ਹੋਣਾ ਹੀ ਚਾਹੀਦਾ ਹੈ। ਇੱਥੇ ਮੈਂ ਤੁਹਾਨੂੰ ਥੋੜੀ ਐਗਜ਼ਾਮਪਲ ਦਿੰਨਾ। 2016 ਦੇ ਵਿੱਚ ਜਦੋਂ ਡੇਰਾ ਮੁਖੀ ਸੰਤ ਰਾਮ ਰਹੀਮ ਦਾ ਗ੍ਰਿਫਤਾਰੀ ਹੋਈ ਹੈ ਚੰਡੀਗੜ੍ਹ ਦੇ ਵਿੱਚ, ਤੇ ਉਸ ਤੋਂ ਬਾਅਦ ਪੰਚਕੂਲੇ ਜਿਹੜੀ ਹਿੰਸਾ ਹੋਈ ਸੀ, ਉਸ ਦੇ ਵਿੱਚ ਜਿਹੜਾ ਆਮ ਲੋਕਾਂ ਦਾ ਨੁਕਸਾਨ ਸੀ, ਉਹਦੇ ਵਿੱਚ ਵੀ ਸਾਰੇ ਸੁਣਨ ਦੇ ਵਿੱਚ ਆਇਆ ਸੀ, ਕਾਫੀ ਨੁਕਸਾਨ ਹੋਇਆ ਸੀ। ਉਦੋਂ ਉਹਨਾਂ ਨੇ ਕਿਹਾ ਸੀ ਕਿ ਡੇਰੇ ਦੀ ਜਿਹੜੀ ਸੰਪਤੀ ਹੈ, ਡੇਰੇ ਦਾ ਜਿਹੜਾ ਹੈਗਾ ਸਾਰਾ ਜ਼ਮੀਨ ਵਗੈਰਾ ਕਹਿ ਲੋ, ਦੌਲਤ ਹੈ, ਉਹਨੂੰ ਵੇਚ ਕੇ ਉਹ ਜਿਹੜੇ ਲੋਕਾਂ ਦਾ ਆਮ ਪਬਲਿਕ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਏਗੀ। ਜਿਹੜਾ ਮੈਨੂੰ ਲੱਗਦਾ ਵੀ ਬਿਲਕੁਲ ਠੀਕ ਹੈ। ਜਿਹੜੇ ਦੋਸ਼ੀ ਬੰਦਾ ਹੈ ਤੁਸੀਂ ਉਹਨੂੰ ਸਜ਼ਾ ਦਿਓ, ਤੁਸੀਂ ਆਮ ਲੋਕਾਂ ਨੂੰ ਕਿਉਂ ਸਜ਼ਾ ਦੇ ਰਹੇ ਹੋ? ਹੁਣ ਇੱਕ ਪਾਸੇ ਤਾਂ ਬੱਚੇ ਫਿਰਦੇ ਨੇ, ਦੇਖੋ ਕਿੰਨੀਆਂ ਕਿੰਨੀਆਂ ਡਿਗਰੀਆਂ ਕਰੀ ਫਿਰਦੇ ਆ। ਆਪਾਂ ਆਮ ਹੀ ਦੇਖਦੇ ਆ ਕਿ ਮਾਸਟਰਸ ਤੱਕ, PhD ਤੱਕ ਕਰੀ ਫਿਰਦੇ ਨੇ ਤੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ, ਸਰਕਾਰੀ ਛੱਡੋ ਪ੍ਰਾਈਵੇਟ ਵੀ ਨਹੀਂ ਮਿਲਦੀ। ਤੇ ਇੱਕ ਪਾਸੇ ਕਿਸੇ ਦਾ ਕਹਿ ਲੋ ਕੋਈ ਰੇਲਵੇ ਤੇ ਬੈਠਾ ਮਰ ਗਿਆ, ਉਹਨਾਂ ਪਿੱਛੇ ਜੇ ਕਿਸਾਨੀ ਧਰਨੇ ਲੱਗ ਰਹੇ ਸੀ, ਉਹਨਾਂ ਵਿੱਚ ਕਈ ਲੋਕਾਂ ਦੀ ਕਹਿ ਲੋ ਕਿ ਮੌਤ ਹੋਈ ਹੈ ਨਾ, ਚਾਹੇ ਕੁਦਰਤੀ ਕਾਰਨਾਂ ਕਰਕੇ ਹੋਈ ਹੈ, ਪਰ ਫਿਰ ਵੀ ਚਲੋ ਸੰਘਰਸ਼ ਦਾ ਹਿੱਸਾ ਸੀਗੇ, ਤੇ ਉਹਨਾਂ ਨੂੰ ਵੀ ਐਲਾਨ ਕੀਤਾ ਸਰਕਾਰ ਨੇ ਕਿ ਸਰਕਾਰੀ ਨੌਕਰੀ ਦਿੱਤੀ ਜਾਏਗੀ। ਹੁਣ ਉਹਨਾਂ ਦੀ ਨਾ ਤਾਂ ਕੁਆਲੀਫਿਕੇਸ਼ਨ ਦੇਖਣੀ ਹੈ, ਨਾ ਉਹਨਾਂ ਦੀ ਮਤਲਬ ਕੋਈ ਵੀ ਕਹਿ ਲੋ ਕਿ ਉਹਨਾਂ ਨੇ ਸਟਰਗਲ ਕੀਤੀ ਹੈ ਇਸ ਜੌਬ ਲਈ। ਤੇ ਜਿਹੜੇ ਲੋਕ ਸਟਰਗਲ ਕਰ ਰਹੇ ਨੇ, ਜਿਹੜੇ ਲੋਕ ਕੁਆਲੀਫਾਈਡ ਨੇ, ਉਹਨਾਂ ਨਾਲ ਤਾਂ ਇਹ ਧੱਕਾ ਹੋ ਰਿਹਾ ਨਾ ਜੀ। ਜੇ ਤੁਸੀਂ ਕਰਨਾ ਜਿਹਦੇ ਕਰਕੇ ਹੋ ਰਿਹਾ ਇਹ ਕੰਮ, ਜਿਹਦੇ ਕਰਕੇ ਐਕਸੀਡੈਂਟਸ ਹੋ ਰਹੇ ਨੇ, ਉਸ ਅਥਾਰਟੀ ਤੋਂ, ਉਸ ਜਿਹੜਾ ਕੋਈ ਕਹਿ ਲੋ ਕੰਪਨੀ ਹੈ, ਜਿਹੜਾ ਕੋਈ ਮੈਨੇਜਰ ਹੈ, ਉਹਨਾਂ ਦੀ ਨਿੱਜੀ ਜਿਹੜੀ ਸੰਪਤੀ ਹੈ ਉਹ ਤੋਂ ਲੈ ਕੇ ਉਹਨਾਂ ਨੂੰ ਮੁਆਵਜ਼ਾ ਦਿਓ, ਉਹਨਾਂ ਤੋਂ ਲੈ ਕੇ ਉਹਨਾਂ ਨੂੰ ਪੈਸਾ ਦਿਓ, ਉਹਨਾਂ ਦੀ ਕੰਪਨੀ 'ਚ ਜੌਬ ਦਵਾ ਦਿਓ। ਜਿਵੇਂ ਹੁਣ ਰੇਲਵੇ ਦੇ ਵਿੱਚ ਹੋਇਆ, ਜਿਹੜਾ ਅੰਮ੍ਰਿਤਸਰ ਹੋਇਆ, ਹੁਣ ਤੁਸੀਂ ਉਹਨੂੰ ਰੇਲਵੇ ਡਿਪਾਰਟਮੈਂਟ 'ਚ ਜੌਬ ਦਿਓ ਜੀ। ਤੁਸੀਂ ਵੈਸੇ ਹੀ ਨਾ ਸਰਕਾਰੀ ਨੌਕਰੀ ਦਿਓ। ਸਰਕਾਰੀ ਨੌਕਰੀ ਤਾਂ ਬਹੁਤ ਵੱਡਾ ਪ੍ਰਿਵਿਲੇਜ ਹੈ, ਤੁਸੀਂ ਇਦਾਂ ਖੈਰਾਤ 'ਚ ਨਾ ਵੰਡੋ ਇਹਨੂੰ। ਜਿਹੜੇ ਲੋਕ ਡਿਜ਼ਰਵ ਕਰਦੇ ਉਹਨਾਂ ਨੂੰ ਦਿਓ। ਬਿਲਕੁਲ। ਅਸੀਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਹੈ ਇਨਸਾਨ ਦੀ ਮਦਦ ਤਾਂ ਕਰਨਾ ਚਾਹੁੰਦੀ ਹੈ। ਅਗਰ ਕੋਈ ਹਾਦਸਾਗ੍ਰਸਤ ਹੋ ਜਾਂਦਾ ਹੈ ਤਾਂ ਉਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਹੈ, ਪਰ ਮਦਦ ਕਰਨ ਦਾ ਜਿਹੜਾ ਇਹ ਢੰਗ ਹੈਗਾ ਉਹ ਸਹੀ ਨਹੀਂ ਹੈਗਾ। ਸਾਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਜ਼ਰੂਰ ਸੋਚਣਾ ਪਏਗਾ ਕਿ ਉਹ ਸਰਕਾਰੀ ਨੌਕਰੀ ਜਿਹੜੀ ਦੇ ਰਹੀ ਹੈਗੀ ਹੈ, ਉਹ ਪੈਸਾ ਕਿਹਦਾ ਹੈਗਾ? ਉਹ ਪੈਸਾ ਆਖਿਰਕਾਰ ਜਨਤਾ ਦਾ ਹੀ ਹੈਗਾ। ਜਿਵੇਂ ਗੁਰਵਿੰਦਰ ਨੇ ਦੱਸਿਆ ਕਿ ਲੋਕੀ ਅਸੀਂ ਸਾਰੇ ਟੈਕਸ ਭਰ ਰਹੇ ਹੈਗੇ ਆ, ਤਾਂ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਦਾ ਜਿਹੜਾ ਖਜ਼ਾਨਾ ਭਰਦਾ ਹੈਗਾ। ਹੁਣ ਉਸ ਖਜ਼ਾਨੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਨੌਕਰੀਆਂ ਵੰਡੀਆਂ ਜਾਂਦੀਆਂ ਹੈਗੀਆਂ, ਤੇ ਇਸ ਦੇ ਉਲਟ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਵਰਗ ਹੈਗਾ ਉਹ ਪੜ੍ਹਿਆ ਲਿਖਿਆ ਬੇਰੁਜ਼ਗਾਰ ਹੋਇਆ ਪਿਆ। ਉਹਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਨਹੀਂ ਹੈਗੀ, ਹਾਲਾਂਕਿ ਬਹੁਤ ਹੀ ਸਕਿਲਡ ਪਰਸਨ ਅਸੀਂ ਕਹਿ ਸਕਦੇ ਹੈਗੇ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਡਿਗਰੀਆਂ ਵੀ ਹੈਗੀਆਂ, ਟੈਸਟ ਵੀ ਕਲੀਅਰ ਹੋ ਜਾਂਦੇ ਆ, ਫਿਰ ਵੀ ਕਿਸੇ ਨਾ ਕਿਸੇ ਪੁਆਇੰਟ ਤੇ ਉੱਪਰ ਜਾ ਕੇ ਉਹਨਾਂ ਨੂੰ ਨੌਕਰੀ ਤੋਂ ਜਾਂ ਤਾਂ ਅਸੀਂ ਕਹੀਏ ਵੀ ਉਹ ਵਾਂਝੇ ਹੀ ਰਹਿ ਜਾਂਦੇ ਕਿਸੇ ਵੀ ਤਰੀਕੇ ਦੇ ਵਿੱਚ, ਅਸੀਂ ਕਹਿ ਸਕਦੇ ਹਾਂ। ਉਹੀ ਹੈ ਨਾ ਮਨਦੀਪ, ਜਦੋਂ ਹੁਣ ਆਪਾਂ ਇੱਕ ਪਾਸੇ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਣਾ ਖਜ਼ਾਨਾ ਖਾਲੀ ਹੈ, ਠੀਕ ਹੈ, ਲਗਾਤਾਰ ਆਪਣੇ ਜਿਹੜੇ ਖਜ਼ਾਨਾ ਮੰਤਰੀ ਨੇ ਉਹ ਲਗਾਤਾਰ ਇਹ ਬਿਆਨ ਜਾਰੀ ਕਰਦੇ ਨੇ ਕਿ ਪੰਜਾਬ ਸਰਕਾਰ ਦਾ ਤਾਂ ਖਜ਼ਾਨਾ ਖਾਲੀ ਹੈ। ਫਿਰ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਹੈ, ਜਦੋਂ ਕੋਈ ਇਦਾਂ ਦਾ ਹਾਦਸਾ ਵਾਪਰ ਜਾਂਦਾ ਹੈ, ਉਸ ਤੋਂ ਬਾਅਦ ਲਗਾਤਾਰ ਸਰਕਾਰ ਵੱਲੋਂ ਇਹ ਬਿਆਨ ਆਉਂਦੇ ਨੇ ਕਿ ਮਰਨ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾਏਗਾ, ਜਿਹੜਾ ਕਿ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੁੰਦਾ, ਕੋਈ 1000 2000 ਦੀ ਗੱਲ ਨਹੀਂ ਹੁੰਦੀ। ਜਦੋਂ ਹੁਣ ਇਹ ਮੁਆਵਜ਼ਾ ਆ ਕਿੱਥੋਂ ਰਿਹਾ? ਫਿਰ ਜਦੋਂ ਖਜ਼ਾਨਾ ਖਾਲੀ ਹੈ, ਸਰਕਾਰੀ ਮੁਲਾਜ਼ਮਾਂ ਦੀਆਂ ਤਾਂ ਪਹਿਲੇ ਨਹੀਂ ਤਨਖਾਹਾਂ ਆ ਰਹੀਆਂ, ਤੇ ਫਿਰ ਜਦੋਂ ਤੁਸੀਂ ਏਦਾਂ ਮੁਆਵਜ਼ੇ ਦੋਗੇ ਉਹ ਕਿੱਥੋਂ ਦੋਗੇ? ਆਬਵੀਅਸਲੀ ਆਪਣੇ ਜਿਹੜੇ ਆਪਾਂ ਕਿਸੇ ਹੋਰ ਪਾਸੇ ਫੰਡ ਜਾਣਾ ਹੋ, ਆਪਣੇ ਕੋਈ ਵੈਲਫੇਅਰ ਪਿੱਛੇ ਫੰਡ ਲੱਗਣਾ ਹੋਊਗਾ, ਉਹ ਫੰਡ ਉੱਥੋਂ ਨਿਕਲ ਕੇ ਇਹ ਮੁਆਵਜ਼ਿਆਂ 'ਚ ਚਲਾ ਜਾਏਗਾ। ਸਾਨੂੰ ਪੂਰੀ ਹਮਦਰਦੀ ਹੈ ਜਿਹੜੇ ਲੋਕਾਂ ਦੇ ਕੋਈ ਆਪਣੇ ਵਿਛੜ ਜਾਂਦੇ ਨੇ, ਕੋਈ ਘਟਨਾ ਘਟਦੀ ਹੈ, ਸਾਨੂੰ ਵੀ ਦੁੱਖ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਕਿਉਂ ਉਹਨਾਂ ਦੇ ਆਪਦੀ ਗਲਤੀ ਹੈ,
ਪਰ ਜਿਹੜਾ ਦੋਸ਼ੀ ਹੈ ਉਹਨੂੰ ਵੀ ਤਾਂ ਸਜ਼ਾ ਮਿਲੇ ਨਾ, ਕਿਉਂਕਿ ਇਸੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅਪਰਾਧ ਹੈਗਾ ਉਹ ਘਟਦਾ ਨਹੀਂ ਹੈਗਾ, ਜਾਂ ਅਸੀਂ ਕਹਿ ਸਕਦੇ ਹਾਂ ਜਿਹੜੇ ਰੋਡ ਐਕਸੀਡੈਂਟ ਇੰਨੇ ਜ਼ਿਆਦਾ ਹੁੰਦੇ ਆ ਉਹਨਾਂ ਦੇ ਉੱਪਰ ਠੱਲ ਨਹੀਂ ਪਾਈ ਜਾ ਰਹੀ, ਕਿਉਂਕਿ ਦੂਸਰੀ ਪਾਰਟੀ ਜਾਂ ਦੂਸਰੀ ਧਿਰ ਦਾ ਕੋਈ ਵੀ ਨੁਕਸਾਨ ਨਹੀਂਗਾ ਹੁੰਦਾ, ਉਸ ਤੋਂ ਇੱਕ ਉਸ ਮੌਕੇ ਦੇ ਅਨੁਸਾਰ ਕੁਝ ਨਾ ਕੁਝ ਅਮਾਉਂਟ ਜ਼ਰੂਰ ਲੈ ਲਿੱਤੀ ਜਾਂਦੀ ਹੈ ਕਿ ਦੂਸਰੀ ਧਿਰ ਦੇ ਨਾਲ। ਪਰ ਇਨ ਦਾ ਫਿਊਚਰ ਅਗਰ ਅਸੀਂ ਗੱਲ ਕਰੀਏ ਵੀ ਇਨ ਦਾ ਲੌਂਗ ਰਨ ਅਗਰ ਉਹ ਜਿਹੜਾ ਪਰਸਨ ਹੈਗਾ ਉਹੀ ਪਰਿਵਾਰ ਦਾ ਕਰਤਾ ਧਰਤਾ ਹੁੰਦਾ ਤਾਂ ਫਿਰ ਉਸ ਦੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਹੈਗੀ ਉਸ ਆਦਮੀ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਵਸੂਲਣੀ ਜ਼ਰੂਰ ਚਾਹੀਦੀ ਹੈਗੀ ਹੈ। ਹੁਣ ਜੇ ਅਸੀਂ ਗੱਲ ਕਰੀਏ ਕਿ ਕਿੰਨੀ ਕੁ ਸੱਚਾਈ ਹੈ ਇਹਨਾਂ ਦੇ ਵਿੱਚ ਕਿ ਇਹ ਨੌਕਰੀਆਂ ਵਾਕਈ ਸਰਕਾਰ ਦੇ ਦਿੰਦੀ ਹੈ ਜਾਂ ਸਿਰਫ ਇੱਕ ਐਲਾਨ ਹੀ ਹੁੰਦਾ ਹੈਗਾ, ਤਾਂ ਕੋਈ ਐਦਾਂ ਦੀ ਅਸੀਂ ਗੱਲ ਕਹਿ ਸਕਦੇ ਹਾਂ ਕਿ ਹਾਂ ਸਰਕਾਰ ਹਰ ਇੱਕ ਥਾਂ ਤੇ ਦੇਖੋ ਕਿਤੇ ਵੀ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਵਿੱਚ ਨਿਊਜ਼ ਦੇ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਹੈ, ਨੈਕਸਟ ਡੇ ਸਾਨੂੰ ਸੁਣਨ ਨੂੰ ਮਿਲ ਜਾਂਦਾ ਹੈ ਕਿ ਪਰਿਵਾਰ ਦੇ ਮੈਂਬਰ ਨੂੰ ਜਾਂ ਤਾਂ ਪਬਲਿਕ ਹੀ ਡਿਮਾਂਡ ਕਰ ਦਿੰਦੀ ਹੈ, ਜਨਤਾ ਦੇ ਹੱਕ ਦੀ ਗੱਲ ਹੋ ਜਾਂਦੀ ਹੈ ਵੀ ਉਹ ਲੋਕੀ ਸਾਰੇ ਇਕੱਠੇ ਹੋ ਕੇ ਕਹਿ ਦਿੰਦੇ ਆ ਜੀ ਕਿ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਤੇ ਜਾਂ ਸਰਕਾਰ ਦੇ ਜੋ ਨੁਮਾਇੰਦੇ ਹੈਗੇ ਆ ਉਹੀ ਇਸ ਗੱਲ ਨੂੰ ਕਹਿ ਦਿੰਦੇ ਆ ਕਿ ਇਸ ਪਰਿਵਾਰ ਦੀ ਅਸੀਂ ਮਦਦ ਕਰਾਂਗੇ, ਇਸ ਨੂੰ ਨੌਕਰੀ ਦੇਵਾਂਗੇ। ਹੁਣ ਕਿੱਥੋਂ ਤੱਕ ਸੱਚਾਈ ਹੈ ਕਿ ਵਾਕਈ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਜਾਂ ਅਸੀਂ ਕਹੀਏ ਵੀ ਉਹਨਾਂ ਨੂੰ ਸਿਰਫ ਐਲਾਨ ਹੀ ਕੀਤਾ ਜਾਂਦਾ ਹੈ ਤੇ ਇੱਕ ਮੀਡੀਆ ਦੇ ਵਿੱਚ ਸਿਰਫ ਇਹ ਗੱਲ ਫੈਲਾ ਦਿੱਤੀ ਜਾਂਦੀ ਹੈਗੀ ਹੈ ਕਿ ਉਸ ਪਰਿਵਾਰ ਦੀ ਸਰਕਾਰ ਨੇ ਮਦਦ ਕੀਤੀ ਹੈਗੀ ਹੈ। ਬਿਲਕੁਲ, ਇੱਥੇ ਦੇਖੋ ਸੱਚਾਈ ਕਿੰਨੀ ਹੈ ਇਹ ਤਾਂ ਜਾਂ ਤਾਂ ਉਹ ਪਰਿਵਾਰ ਜਾਣਦੇ ਨੇ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ ਜਾਂ ਨਹੀਂ ਮਿਲੀ। ਆਪਾਂ ਤਾਂ ਹੁਣ ਇੱਥੇ ਬੈਠ ਕੇ ਜਦੋਂ ਆਪਾਂ ਸਟੂਡੀਓ 'ਚ ਗੱਲ ਕਰ ਰਹੇ ਹਾਂ ਆਪਾਂ ਇਹ ਸਰਕਾਰ ਤੇ ਆਪਾਂ ਯਕੀਨ ਕਰ ਲੈਂਦੇ ਹਾਂ ਚਲੋ ਕਿ ਮਿਲਦੀ ਹੈ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਕੋਈ ਵੀ ਇਦਾਂ ਦਾ ਇਨਸੀਡੈਂਟ ਹੁੰਦਾ ਹੈ, ਕਿਸੇ ਦਾ ਮਰਡਰ ਤੱਕ ਹੁੰਦਾ ਤਾਂ ਜਿਹੜੀ ਲਾਸ਼ ਹੈ ਉਹਨੂੰ ਚੁਰਾਹੇ 'ਚ ਰੱਖ ਕੇ ਪਰਿਵਾਰਕ ਮੈਂਬਰਾਂ ਵੱਲੋਂ ਕੀ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਬਚੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਮੁਆਵਜ਼ਾ ਮਿਲੇ ਤੇ ਜਿਹੜੀ ਹੈਗੀ ਸਰਕਾਰੀ ਨੌਕਰੀ ਮਿਲੇ। ਹਾਂ ਵੀ ਸਰਕਾਰ ਦਾ ਕੀ ਰੋਲ ਹੋਇਆ ਹੈ ਨਾ। ਹੁਣ ਕਤਲ ਕੀਤਾ ਦੇਖੋ ਹੁਣ ਮੈਂ ਕਿਤੇ ਜਾ ਕੇ ਕਿਸੇ ਦਾ ਕਤਲ ਕਰਿਆ ਵਾਂ ਤੇ ਉਹਦੇ ਪਰਿਵਾਰ ਨੂੰ ਜੇ ਸਰਕਾਰੀ ਨੌਕਰੀ ਮਿਲ ਗਈ ਇਸ 'ਚ ਮੇਰਾ ਕੀ ਨੁਕਸਾਨ ਹੈ? ਮੈਂ ਤਾਂ ਆਪਦਾ ਬਦਲਾ ਪੂਰਾ ਕਰ ਲਿਆ, ਜੋ ਵੀ ਮੇਰਾ ਮੋਟਿਵ ਸੀ ਕਤਲ ਕਰਨ ਦਾ ਮੈਂ ਤਾਂ ਕਰਤਾ, ਸਰਕਾਰ ਦਾ ਤਾਂ ਹੱਥ ਨਹੀਂ ਸੀ ਕੋਈ। ਜੇ ਤਾਂ ਇਹ ਹੋਵੇ ਨਾ ਕਿ ਜਿਹੜੀ ਮੇਰੀ ਪ੍ਰਾਪਰਟੀ ਹੈ, ਜਿਹੜੀ ਮੇਰੇ ਨਾਮ ਕੋਈ ਵੀ ਪ੍ਰਾਪਰਟੀ ਬੋਲਦੀ ਹੈ ਜਾਂ ਮੇਰਾ ਜੋ ਵੀ ਇਨਕਮ ਹੈ, ਜੋ ਵੀ ਮੇਰੀ ਸੇਵਿੰਗਸ ਹੈ ਉਹ ਮੇਥੋਂ ਲੈ ਕੇ ਉਸ ਪਰਿਵਾਰ ਨੂੰ ਦਿੱਤੀ ਜਾਵੇ ਜੀ, ਜਾਂ ਫਿਰ ਮੇਰੀ ਜਿਹੜੀ ਸਾਰੀ ਪ੍ਰਾਪਰਟੀ ਹੈ ਉਹ ਗਵਰਨਮੈਂਟ ਸੀਜ਼ ਕਰੇ। ਫਿਰ ਚਲੋ ਜੋ ਮੇਰੀ ਪ੍ਰਾਪਰਟੀ ਗਵਰਨਮੈਂਟ ਨੇ ਸੀਜ਼ ਕਰ ਲਈ ਉਸ ਤੋਂ ਬਾਅਦ ਗਵਰਨਮੈਂਟ ਉਹਨੂੰ ਜੌਬ ਦਿੰਦੀ ਹੈ, ਪੇ ਕਰਦੀ ਹੈ, ਉਹ ਅੱਡ ਗੱਲ ਹੈ ਕਿਉਂਕਿ ਉਹ ਫਿਰ ਬੈਲੈਂਸ ਹੋ ਜਾਏਗਾ। ਜਦੋਂ ਹੁਣ ਮੇਥੋਂ ਤਾਂ ਕੁਝ ਲਿਆ ਨਹੀਂ, ਉਸ ਪਰਿਵਾਰ ਨੂੰ ਮੁਆਵਜ਼ਾ ਵੀ ਦੇਤਾ, ਉਸਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦੇਤੀ, ਜਿਹੜਾ ਆਮ ਲੋਕਾਂ ਦਾ ਟੈਕਸ ਸੀ ਉਹ ਉਧਰ ਚਲਾ ਗਿਆ, ਸ਼ਿਫਟ ਹੋ ਗਿਆ। ਉਸੇ ਕਰਕੇ ਜਿਹੜਾ ਆਪਣਾ ਡਿਵੈਲਪਮੈਂਟ ਹੈ, ਜਿਹੜੇ ਆਪਾਂ ਕਰਦੇ ਹਾਂ ਕਿ ਤਰੱਕੀ ਦੀ ਗੱਲ ਹੈ, ਉਹ ਬਹੁਤ ਸਲੋ ਰੇਟ ਤੇ ਚੱਲਦੀ ਹੈ। ਨੌਕਰੀਆਂ ਤਾਂ ਪਹਿਲਾਂ ਹੀ ਸੀਮਿਤ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਪੰਜਾਬ ਛੋਟੋ ਇੰਡੀਆ ਲੈਵਲ ਦੀ ਗੱਲ ਕਰੀਏ ਜਿਹੜਾ ਅਨਇੰਪਲੋਇਮੈਂਟ ਹੈ ਉਹ ਬਹੁਤ ਹਾਈ ਹੈ, ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਬਹੁਤ ਹਾਈ ਹੈ ਕਿਉਂਕਿ ਲਗਾਤਾਰ ਜਿਹੜੇ ਗ੍ਰੈਜੂਏਟਸ ਨੇ ਜਿਹੜੇ ਨੇ ਆਈ ਜਾਂਦੇ ਨੇ ਤੇ ਨੌਕਰੀਆਂ ਬਹੁਤ ਘੱਟ ਨੇ ਕਿਉਂਕਿ ਪਹਿਲੇ ਜਿਹੜੀ ਰਿਟਾਇਰਮੈਂਟ ਏਜ ਵਗੈਰਾ। ਜੇਕਰ ਅਸੀਂ ਗੱਲ ਕਰੀਏ ਤਾਂ ਸਾਡੀ ਜਿਹੜੀ ਨੌਜਵਾਨ ਯੂਥ ਵਰਗ ਹੈਗਾ ਉਸ ਦੇ ਵਿੱਚ ਇੱਕ ਨਿਰਾਸ਼ਾ ਦਾ ਕਾਰਨ ਵੀ ਬਣਦੀ ਹੈ ਕਿਉਂਕਿ ਉਹਨਾਂ ਨੂੰ ਲੱਗਦੀ ਹੈਗੀ ਹੈ ਵੀ ਅਗਰ ਇਸ ਪ੍ਰੋਸੈਸ ਦੇ ਨਾਲ ਨੌਕਰੀ ਮਿਲ ਜਾਂਦੀ ਹੈ ਤਾਂ ਸਮ ਟਾਈਮਸ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਿਸਗਾਈਡ ਵੀ ਕਰ ਦਿੰਦੀਆਂ। ਗੁਰਵਿੰਦਰ ਕਰਦੀਆਂ ਮੈਮ, ਇਹੀ ਮਨਦੀਪ ਜੀ ਮੈਂ ਗੱਲ ਦੱਸਣਾ ਚਾਹੁੰਦਾ, ਇੱਥੇ ਕਾਫੀ ਇਦਾਂ ਦੇ ਕੇਸਿਸ ਵੀ ਹੋਏ ਨੇ ਜਿੱਥੇ ਜਦੋਂ ਮੰਨ ਲਓ ਕਿ ਕੋਈ ਨੈਚੁਰਲ ਕਾਜ਼ ਹੋਇਆ ਡੈਥ ਦਾ, ਨੈਚੁਰਲ ਰੀਜ਼ਨਸ ਕਰਕੇ ਕਿਸੇ ਬੰਦੇ ਦੀ ਡੈਥ ਹੁੰਦੀ ਹੈ, ਉਸਨੂੰ ਪਿੰਡ ਦੇ ਕਹਿ ਲਓ ਕਿ ਹੈ ਨਾ ਖੇਤਾਂ ਦੇ ਵਿੱਚ ਲਿਜਾ ਕੇ ਉਹਦੀ ਲਾਸ਼ ਨੂੰ ਲਟਕਾ ਦਿੱਤਾ ਜਾਂਦਾ ਤੇ ਇਹ ਸ਼ੋਅ ਕਰ ਦਿੰਦੇ ਨੇ ਕਿ ਫਾਂਸੀ ਲਈ ਇਹਨੇ ਕਿ ਇਹਨੇ ਖੁਦਕੁਸ਼ੀ ਕੀਤੀ ਹੈ ਤਾਂ ਕਿ ਸਰਕਾਰ ਤੋਂ ਮੁਆਵਜ਼ਾ ਮਿਲੇ, ਸਰਕਾਰੀ ਨੌਕਰੀ ਮਿਲੇ। ਹੋਰ ਵੀ ਮਤਲਬ ਜੇ ਤੁਸੀਂ ਅਖਬਾਰ ਪੜ੍ਹੋ ਜਾਂ ਫਿਰ ਕਈ ਕ੍ਰਾਈਮ ਸ਼ੋਜ਼ ਆਉਂਦੇ ਨੇ ਜੇ ਆਪਾਂ ਉਹਨੂੰ ਦੇਖੀਏ ਕਾਫੀ ਕੇਸਿਸ ਦੇ ਵਿੱਚ ਅੱਜ ਕੱਲ ਕਾਮਨ ਜੀ ਚੀਜ਼ ਹੈ। ਜਿਵੇਂ ਪਹਿਲਾਂ ਹੁੰਦਾ ਸੀ ਨਾ ਕਿ ਜੇ ਆਪਾਂ ਬੀਮਾ ਕਰਾਇਆ ਹੋਇਆਗਾ, ਪਾਲਿਸੀ ਕਰਾਈ ਹੋਈ ਹੈ ਤਾਂ ਉਦਾਂ ਆਪਾਂ ਮਤਲਬ ਜੇ ਨੈਚੁਰਲ ਡੈਥ ਵੀ ਹੋਈ ਹੈ ਫਿਰ ਵੀ ਉਹ ਫੇਕ ਰਿਪੋਰਟਸ ਵਗੈਰਾ ਬਣਾ ਕੇ ਦਿਖਾਉਂਦੇ ਸੀ ਕਿ ਮੈਡੀਕਲ ਰੀਜ਼ਨਸ ਕਰਕੇ ਹੋਈ ਹੈ ਤਾਂ ਕਿ ਉਹ ਇੰਸ਼ੋਰੈਂਸ ਦਾ ਪੈਸਾ ਮਿਲੇ। ਹੁਣ ਇਹੀ ਚੀਜ਼ ਇੱਕ ਤਰ੍ਹਾਂ ਇੰਸ਼ੋਰੈਂਸ ਦਾ ਪੈਸਾ ਹੀ ਸਰਕਾਰੀ ਨੌਕਰੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇੱਕ ਵਾਰੀ ਤੁਸੀਂ ਸਰਕਾਰੀ ਨੌਕਰੀ ਮਿਲ ਗਈ, ਸਰਕਾਰ ਦੇ ਤੁਸੀਂ ਜਵਾਈ ਬਣ ਗਏ, ਸਾਰੀ ਉਮਰ ਤੁਸੀਂ ਬੈਠ ਕੇ ਖਾਣਾ ਹੈ ਤੇ ਉਸ ਤੋਂ ਬਾਅਦ ਜੋ ਤੁਹਾਡੀ ਡਿਊਟੀ ਪੂਰੀ ਹੋਗੀ, ਜੌਬ ਤੁਹਾਡੀ ਪੂਰੀ ਹੋਗੀ, ਉਸ ਤੋਂ ਬਾਅਦ ਤੁਹਾਨੂੰ ਰਿਟਾਇਰਮੈਂਟ ਦਾ ਪੈਸਾ ਮਿਲਣਾ, ਫਿਰ ਉਸ ਤੋਂ ਬਾਅਦ ਪੈਨਸ਼ਨ ਲੱਗ ਜਾਣੀ ਹੈ। ਹੁਣ ਇੱਥੇ ਇਹ ਵੀ ਦੇਖੋ ਮੈਂ ਜਦੋਂ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ ਉਸ ਦੌਰਾਨ ਜੇ ਤੁਹਾਡੇ ਕੋਈ ਸੱਟ ਲੱਗ ਜਾਂਦੀ ਹੈ ਜਿਸ ਕਿਸੇ ਵੀ ਰੀਜ਼ਨ ਕਰਕੇ ਜੇ ਤੁਸੀਂ ਆਪਣੀ ਡਿਊਟੀ ਪੂਰੀ ਨਹੀਂ ਕਰ ਪਾਉਂਦੇ ਤਾਂ ਨਾਲ ਦੀ ਨਾਲ ਜਿਹੜੀ ਡਿਊਟੀ ਹੈ ਉਹ ਤੁਹਾਡੇ ਜਿਹੜੇ ਫਿਊਚਰ ਹੋਣਗੇ ਤੁਹਾਡੇ ਚਿਲਡਰਨ ਨੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ, ਫਿਰ ਉਹਨਾਂ ਨੇ ਸਾਰੀ ਉਮਰ ਕਰਨੀ ਹੈ। ਹੁਣ ਇਹ ਦੇਖੋ ਕਿ ਕਈ ਤਾਂ ਵੈਲ ਪਲਾਨ ਕਰਕੇ ਪੂਰਾ ਪਲਾਨ ਕਰਕੇ ਰਿਟਾਇਰਮੈਂਟ ਤੋਂ 2-4 ਸਾਲ ਪਹਿਲਾਂ ਇਦਾਂ ਦਾ ਕੋਈ ਨਾ ਕੋਈ ਇਨਸੀਡੈਂਟ ਕਰਾ ਲੈਣਗੇ ਆਪਦੇ ਨਾਲ ਤਾਂ ਕਿ ਉਹ ਜਿਹੜੀ ਨੌਕਰੀ ਉਹ ਟ੍ਰਾਂਸਫਰ ਹੋ ਜੇ ਜੀ। ਹੁਣ ਜੇ ਇਦਾਂ ਹੀ ਚੱਲਦਾ ਰਹੇਗਾ ਫਿਰ ਤਾਂ ਸਰਕਾਰੀ ਜਿਹੜੇ ਨੌਕਰੀਆਂ ਤੇ ਲੱਗੇ ਹੋਏ ਨੇ ਪਹਿਲੇ ਹੀ ਆਬਵੀਅਸਲੀ ਗੱਲ ਹੈ ਉਹ ਮਿਡਲ ਕਲਾਸ 'ਚ ਨਹੀਂ ਆਉਂਦੇ ਕਿਉਂਕਿ ਉਹਨਾਂ ਕੋਲ ਇਨਕਮ ਆ ਰਹੀ ਹੈ ਤਾਂ ਉਹ ਵੈਲ ਸੈਟਲਡ ਹੈਗੇ ਨੇ।
ਤੇ ਜਦੋਂ ਇਦਾਂ ਦੇ ਲੋਕਾਂ ਕੋਲ ਹੀ ਸਰਕਾਰੀ ਨੌਕਰੀਆਂ ਰਹਿ ਜਾਣਗੀਆਂ, ਫਿਰ ਜਿਹੜਾ ਆਪਣਾ ਕਹਿ ਲਓ ਕਿ ਲੋਅਰ ਮਿਡਲ ਕਲਾਸ ਹੈ ਜਾਂ ਲੋਅਰ ਕਲਾਸ ਹੈ, ਉਹਨਾਂ ਕੋਲ ਸਰਕਾਰੀ ਨੌਕਰੀਆਂ ਕਿਵੇਂ ਪਹੁੰਚਣਗੀਆਂ? ਇੱਕ ਪਾਸੇ ਰਿਜ਼ਰਵੇਸ਼ਨ ਹੋਗੀ, ਜਿਹੜੇ ਕਹਿੰਦੇ ਆਪਾਂ ਕਿ SC ST ਹੋ ਗਏ, ਉਹਨਾਂ ਕੋਲ ਰਿਜ਼ਰਵੇਸ਼ਨ ਹੈਗੀ ਹੈ। ਜਿਹੜੀ ਜਨਰਲ ਕੈਟੇਗਰੀ ਦੀ ਲੋਅਰ ਮਿਡਲ ਕਲਾਸ ਹੈ, ਉਹਨਾਂ ਕੋਲ ਜੌਬਸ ਕਿਵੇਂ ਪਹੁੰਚਣਗੀਆਂ? ਬਿਲਕੁਲ। ਤਾਂ ਇਹ ਬਹੁਤ ਵੱਡਾ ਮੁੱਦਾ ਵੀ ਬਹੁਤ ਵੱਡਾ ਹੈਗਾ ਤੇ ਇੱਕ ਬਹੁਤ ਵੱਡਾ ਫਰਕ ਵੀ ਇਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ, ਕਿਉਂਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਤਾਂ ਗੁਰਵਿੰਦਰ ਖਾਸ ਤੌਰ ਤੇ ਕੀ ਹੁੰਦਾ ਕਿ ਅਗਰ ਇੱਕ ਪਰਿਵਾਰਕ ਮੈਂਬਰ ਦੇ ਵਿੱਚ ਜੇ ਹਸਬੈਂਡ ਵਾਈਫ ਦੋਨੋਂ ਗਵਰਨਮੈਂਟ ਜੌਬ ਤੇ ਹੈਗੇ ਤਾਂ ਤੁਸੀਂ ਦੇਖੋ ਉਹਨਾਂ ਦੇ ਬੱਚੇ, ਉਹਨਾਂ ਦੀਆਂ ਨੂੰਹਾਂ, ਅੱਗੇ ਪੂਰੀ ਦੀ ਪੂਰੀ ਫੈਮਿਲੀ, ਅਗਰ ਫੈਮਿਲੀ ਦੇ ਵਿੱਚ 5 ਪਰਸਨ ਹੈਗੇ, ਜੇ ਉਹਨਾਂ ਦੇ ਬਜ਼ੁਰਗ ਜਿਹੜੇ ਹੈਗੇ ਕਿਸੇ ਗਵਰਨਮੈਂਟ ਅਦਾਰੇ ਦੇ ਵਿੱਚ ਤਾਂ ਸਾਰਾ ਪਰਿਵਾਰ ਹੀ ਉਸ ਗਵਰਨਮੈਂਟ ਅਦਾਰੇ ਦੇ ਵਿੱਚ ਹੋਊਗਾ ਕਿਸੇ ਨਾ ਕਿਸੇ ਰੂਪ 'ਚ। ਤਾਂ ਗੱਲ ਉਹੀ ਹੈ ਕਿ ਜਿਹੜੇ ਮਿਹਨਤ ਕਰਦੇ ਹੈਗੇ ਆ ਜਾਂ ਪੜ੍ਹੇ ਲਿਖੇ ਡਿਗਰੀਆਂ ਲੈ ਕੇ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੇਰ ਵੀ ਉਹਨਾਂ ਨੂੰ ਨੌਕਰੀ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਤੇ ਇਸੇ ਨਾਲ ਹੀ ਇੱਕ ਬਹੁਤ ਵੱਡੀ ਸੱਚਾਈ ਜਿਹੜੀ ਹੈਗੀ ਸਾਡੇ ਸਮਾਜ ਦੀ ਇਹ ਵੀ ਹੈ ਕਿ ਅਸੀਂ ਅਗਰ ਇੱਕ ਖਾਸੀਅਤ ਦੇਖੀਏ ਕਿ ਕ੍ਰਾਈਮ ਜਿਹੜਾ ਹੈ, ਕ੍ਰਾਈਮ ਰੇਟ ਅਸੀਂ ਦੇਖਦੇ ਰੋਜ਼ ਵਧ ਹੀ ਰਿਹਾ, ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਹੈਗਾ, ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦਾ ਡਰ ਬਿਲਕੁਲ ਹੀ ਚੱਕਿਆ ਗਿਆ। ਚਾਹੇ ਉਹ ਈਵ ਟੀਜ਼ਿੰਗ ਦਾ ਮਾਮਲਾ ਲੈ ਲਓ, ਠੀਕ ਹੈ, ਚਾਹੇ ਅਸੀਂ ਕਹਿ ਦਈਏ ਵੀ ਕੋਈ ਵੀ ਛੋਟੇ ਤੋਂ ਵੱਡਾ, ਕੋਈ ਵੀ ਘਟਨਾ ਦੀ ਚੋਰੀ, ਅਸੀਂ ਵੀ ਗਲੀ ਮੁਹੱਲਿਆਂ ਦੇ ਵਿੱਚ ਆਮ ਸਾਨੂੰ ਚੋਰ ਮਿਲ ਜਾਂਦੇ ਹੈਗੇ, ਆਮ ਜੀਆਂ ਗੱਲਾਂ ਹੋ ਗਈਆਂ। ਤਾਂ ਉਸ ਦੇ ਵਿੱਚ ਜਿਹੜੀ ਹੈਗੀ ਫਿਰ ਗੱਲ ਆ ਜਾਂਦੀ ਹੈ ਕਿ ਇੱਕ ਸਮਾਜ ਦੀ ਪਰਿਵਾਰਕ ਮੈਂਬਰਾਂ ਦੀ ਕੁਝ ਕੁ ਜ਼ਿੰਮੇਵਾਰੀ ਹੁੰਦੀ ਹੈ ਕਿ ਪਰਿਵਾਰ ਵਾਲੇ ਫਿਰ ਇੱਕ ਗੱਲ ਤੋਂ ਕੰਨੀ ਕਤਰਾ ਜਾਂਦੇ ਹੈ ਜੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਬੱਚੇ ਦਾ ਕਿਤੇ ਵੀ ਕੋਈ ਕਸੂਰ ਉਹਨਾਂ ਨੂੰ ਨਜ਼ਰ ਆਉਂਦਾ ਤਾਂ ਉਹਨਾਂ ਨੂੰ ਕੋਈ, ਅਸੀਂ ਇਹ ਕਹਿ ਸਕਦੇ ਹਾਂ ਕਿ ਫਿਰ ਇੱਕ ਸਲਾਹਾਂ ਦੇਣ ਵਾਲਾ ਇੱਕ ਵਰਗ, ਹਾਂਜੀ ਠੀਕ ਹੈ, ਅਸੀਂ ਉਹ ਸਲਾਹਾਂ ਦੇਣ ਵਾਲੇ ਵਰਗ ਨੂੰ ਅਸੀਂ ਵਕੀਲ ਵਰਗ ਵੀ ਕਹਿ ਸਕਦੇ ਹਾਂ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੁਲਿਸ ਡਿਪਾਰਟਮੈਂਟ ਵੀ ਕਹਿ ਸਕਦੇ ਹੈਗੇ ਆ ਵੀ ਅਗਰ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹਾ ਸਲਾਹ ਮੈਂਬਰ ਉਹਨਾਂ ਨੂੰ ਮਿਲ ਜਾਂਦਾ ਤਾਂ ਉਸ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਉਸ ਬੱਚੇ ਨੂੰ ਜਾਇਦਾਦ ਤੋਂ ਬੇਦਖਲ ਕਰਦੇ ਆ। ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਠੀਕ ਹੈ ਜੀ, ਦੂਸਰੀ ਧਿਰ ਨੇ ਜੇ ਕੋਈ ਗਲਤੀ ਕੀਤੀ ਹੈਗੀ ਹੈ ਤਾਂ ਜਿਹੜਾ ਦੋਸ਼ੀ ਹੈਗਾ ਉਸ ਤੋਂ ਮੁਆਵਜ਼ਾ ਲਵੇ ਸਰਕਾਰ, ਠੀਕ ਹੈ, ਜਾਂ ਪੂਰੀ ਜ਼ਿੰਮੇਵਾਰੀ ਜਿਹੜੀ ਹੈਗੀ ਉਸ ਪਰਿਵਾਰ ਦੀ ਉਸ ਤੇ ਪਾਈ ਜਾਵੇ। ਪਰ ਜਦੋਂ ਘਰ ਦੇ ਮੈਂਬਰ ਕਹਿ ਦਿੰਦੇ ਆ ਜੀ ਵੀ ਇਹ ਤਾਂ ਬੇਦਖਲ ਕਰ ਦਿੱਤੇ ਆ, ਠੀਕ ਹੈ, ਇਹਦੇ ਕੋਲ ਤਾਂ ਕੁਝ ਹੈ ਹੀ ਨਹੀਂ ਜੀ, ਇਹਦੀ ਕੋਈ ਪ੍ਰਾਪਰਟੀ ਨਹੀਂ ਹੈਗੀ, ਉੱਥੇ ਤੁਹਾਨੂੰ ਕੀ ਲੱਗਦਾ ਹੈਗਾ ਵੀ ਕਿੱਦਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਾਡੇ ਪ੍ਰਸ਼ਾਸਨ ਨੂੰ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਸਰਕਾਰ ਦੀਆਂ ਕੀ ਬਣਦੀਆਂ ਹੈਗੀਆਂ ਵੀ ਜਿਹੜਾ ਬੇਦਖਲੀ ਦਾ ਮਾਮਲਾ ਜਿਹੜਾ ਘਰਾਂ 'ਚ ਆਮ ਅਸੀਂ ਸੁਣਦੇ ਹਾਂ, ਜਦੋਂ ਕਿਸੇ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਵੀ ਇਹ ਸਮੱਸਿਆ ਸਾਨੂੰ ਜ਼ਿਆਦਾਤਰ ਨਜ਼ਰ ਆਉਂਦੀ ਹੈ ਵੀ ਉਹ ਕਹਿ ਦਿੰਦੇ ਆ ਜੀ ਵੀ ਨੂੰਹ ਨੂੰ ਕੋਈ ਹੱਕ ਦੇਣਾ ਪਊਗਾ, ਹਨਾ, ਤਾਂ ਉਦੋਂ ਵੀ ਇਹ ਮਸਲਾ ਸਾਹਮਣੇ ਆਉਂਦਾ ਹੈਗਾ ਜੀ ਮੁੰਡਾ ਸਾਡਾ ਬੇਦਖਲ ਕੀਤਾ ਹੋਏਗਾ। ਤਾਂ ਉੱਥੇ ਸਾਡੀ ਸਰਕਾਰ ਦੀ ਕੀ ਥੋੜੀ ਬਹੁਤ ਜ਼ਿੰਮੇਵਾਰੀ ਜਿਹੜੀ ਹੈਗੀ ਬਣਦੀ ਹੈ। ਇਹ ਗੱਲ ਆਈ ਹੈ ਮਨਦੀਪ, ਦੇਖੋ ਆਪਾਂ ਚੰਗੀ ਤਰ੍ਹਾਂ ਜਾਣਦੇ ਆਪਣੇ ਸਮਾਜ ਵਿੱਚ ਲੋਕ ਕਾਨੂੰਨੀ ਤੌਰ ਤੇ ਗੱਲਾਂ ਕੁਝ ਹੋਰ ਕਰਦੇ ਨੇ ਤੇ ਜਿਹੜਾ ਆਮ ਸਮਾਜਿਕ ਤੌਰ ਤੇ ਗੱਲਾਂ ਨੇ ਉਹ ਹੋਰ ਕਰਦੇ ਨੇ। ਇਹ ਹਾਥੀ ਦੇ ਦੰਦ ਨੇ, ਦਿਖਾਉਣ ਲਈ ਹੋਰ ਹੁੰਦੇ ਨੇ ਤੇ ਖਾਣ ਲਈ ਹੋਰ ਹੁੰਦੇ ਨੇ। ਹੁਣ ਜਦੋਂ ਬੇਦਖਲੇ ਕਰਦੇ ਨੇ ਤਾਂ ਕਈ ਮੁੰਡਿਆਂ ਨੂੰ ਕਰਦੇ ਨੇ ਘਰ ਵਾਲੇ, ਉਹ ਸਿਰਫ ਇਸੇ ਗੱਲ ਕਰਕੇ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਮੁੰਡੇ ਨੇ ਕੋਈ ਗਲਤੀ ਕੀਤੀ ਹੈ ਤੇ ਇਹਨਾਂ ਦੇ ਪਿੱਛੇ ਜਿਹੜਾ ਹੱਥ ਹੁੰਦਾ ਉਹ ਬਹੁਤ ਹੀ ਜਿਹੜੇ ਕਨਿੰਗ ਹੁੰਦੇ ਨੇ, ਜਿਹੜੇ ਇਹ ਕ੍ਰਾਈਮ ਮਾਈਂਡਡ ਲੋਕ ਹੁੰਦੇ ਨੇ ਜਿਨ੍ਹਾਂ ਦੇ ਦਿਮਾਗ 'ਚ ਇਦਾਂ ਦੀਆਂ ਸ਼ਾਤਿਰ ਚਾਲਾਂ ਆਉਂਦੀਆਂ ਨੇ ਕਿ ਕਾਨੂੰਨੀ ਤੌਰ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਿਵੇਂ ਬਚਣਾ ਹੈ। ਜਿਹੜੇ ਚੰਗੇ ਤਰ੍ਹਾਂ ਵਕੀਲ ਹੋ ਗਏ, ਪੁਲਿਸ ਡਿਪਾਰਟਮੈਂਟ ਦੇ ਲੋਕ ਹੋ ਗਏ ਜਿਨ੍ਹਾਂ ਨੂੰ ਸਾਰੇ ਦਾਅ ਪੇਚ ਪਤਾ ਨੇ, ਉਹ ਇਦਾਂ ਦੀਆਂ ਚਾਲਾਂ ਸਿਖਾਉਂਦੇ ਨੇ ਕਿ ਦੇਖੋ ਜੇ ਹੁਣ ਤਲਾਕ ਹੋਏਗਾ ਤਾਂ ਫਿਰ ਆਬਵੀਅਸ ਜੀ ਗੱਲ ਹੈ ਕਿ ਜਿਹੜੀ ਫੀਮੇਲ ਹੈ, ਜਿਹੜੀ ਬਹੂ ਹੈ, ਜਿਹੜੀ ਨੂੰਹ ਹੈ, ਜਿਹੜੀ ਕੁੜੀ ਹੈ, ਉਹਨੂੰ ਪੈਸਾ ਦੇਣਾ ਪਏਗਾ, ਮਹੀਨੇ ਵੀ ਦੇਣਾ ਪਏਗਾ ਖਰਚਾ। ਹੁਣ ਜੇ ਮੁੰਡਾ ਬੇਦਖਲ ਹੈ ਤਾਂ ਫਿਰ ਉਹਦੀ ਜ਼ਮੀਨ ਨਹੀਂ ਜਾਏਗੀ ਕਿਉਂਕਿ ਮੁੰਡੇ ਦੇ ਨਾਮ ਤਾਂ ਜ਼ਮੀਨ ਬੋਲਦੀ ਨਹੀਂ। ਤੁਸੀਂ ਇਹ ਵੀ ਦੇਖੋ, ਇੱਥੇ ਤੁਸੀਂ ਕਿਹਾ ਕਿ ਜ਼ਮੀਨ ਬੇਦਖਲਾ ਕਰਦੇ, ਕਈ ਲੋਕ ਇਹ ਵੀ ਕਰਦੇ ਕਿ ਸਿੱਧਾ ਜਿਹੜੀ ਜ਼ਮੀਨ ਹੈ ਉਹ ਆਪਣੇ ਗ੍ਰੈਂਡ ਚਿਲਡਰਨ ਦੇ ਨਾਮ ਕਰਦੇ, ਆਪਦੇ ਪੋਤੇ ਪੋਤੀਆਂ ਦੇ ਨਾਮ ਕਰਦੇ, ਆਪਦੇ ਬੇਟੇ ਦੇ ਨਾਮ ਨਹੀਂ ਕਰਦੇ, ਆਪਦੇ ਨੂੰਹ ਦੇ ਨਾਮ ਨਹੀਂ ਕਰਦੇ। ਉਹਨਾਂ ਦੇ ਮਨ 'ਚ ਇਹੀ ਰਹਿੰਦਾ ਕਿ ਜਿਹੜੀ ਸਾਡੀ ਜ਼ਮੀਨ ਹੈ ਇਹ ਕਿਤੇ ਸਾਡੀ ਨੂੰਹ ਕੱਲ ਨੂੰ ਨਾ ਬਣੀ ਤਾਂ ਲੈ ਕੇ ਨਾ ਭੱਜੇ ਜੀ, ਤਾਂ ਪਹਿਲਾਂ ਹੀ ਉਹ ਬੈਡ ਥਿੰਕਿੰਗ ਜਿਹੜੀ ਹੈਗੀ ਅਸੀਂ ਕਹਿ ਸਕਦੇ ਹਾਂ ਮਨ ਦੇ ਵਿੱਚ, ਉਹਨਾਂ ਦੇ ਵਿੱਚ ਪਹਿਲਾਂ ਹੀ ਪਈ ਹੁੰਦੀ ਹੈ। ਉਹੀ ਗੱਲ ਵੀ ਕਿਸੇ ਦੂਸਰੇ ਨੂੰ ਅਸੀਂ ਅਪਣਾਉਂਦੇ ਨਹੀਂ ਹੈਗੇ, ਹਨਾ, ਤਾਂ ਸਾਡੀ ਸੋਚ ਜਿਹੜੀ ਹੈ, ਜੇਕਰ ਸੋਚ ਹੀ ਗਲਤ ਹੈਗੀ ਹੈ ਤਾਂ ਉਸ ਗਲਤ ਸੋਚ ਤੁਹਾਨੂੰ ਤੁਹਾਡੇ ਮਿੱਥੇ ਹੋਏ ਰਿਜ਼ਲਟ ਹੀ ਦਿੰਦੀ ਹੈ ਕਿਉਂਕਿ ਉਹ ਆਪ ਹੀ ਸੋਚੀ ਜਾਂਦਾ ਇਨਸਾਨ ਤੇ ਉਹ ਆਪਦੀ ਸੋਚ ਦੇ ਵਿੱਚ ਆਪ ਹੀ ਫਸ ਜਾਂਦਾ। ਇਹ ਚੀਜ਼ ਹੋ ਇੱਥੇ ਇੱਕ ਹੋਰ ਗੱਲ ਹੈ, ਜਿਵੇਂ ਤੁਸੀਂ ਕਿਹਾ ਕਿ ਕ੍ਰਾਈਮ ਰੇਟ ਵੱਧ ਰਿਹਾ, ਇਹ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਕਿ ਕ੍ਰਾਈਮ ਹੁੰਦਾ ਕਿਉਂ ਹੈ। ਕ੍ਰਿਮੀਨਲ ਉਦੋਂ ਹੀ ਕ੍ਰਾਈਮ ਕਰਦਾ ਜਦੋਂ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ। ਹੁਣ ਜਦੋਂ ਮੈਨੂੰ ਪਤਾ, ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ, ਹੁਣ ਜਦੋਂ ਆਪਾਂ ਨੂੰ ਪਤਾ ਕਿ ਆਪਣਾ ਤਾਂ ਨੁਕਸਾਨ ਹੋਣਾ ਹੀ ਨਹੀਂ, ਆਪਾਂ ਕੋਈ ਵੀ ਕ੍ਰਾਈਮ ਕਰ ਲਈ ਆਪਣਾ ਕੋਈ ਨੁਕਸਾਨ ਹੀ ਨਹੀਂ ਹੋਣਾ, ਫਿਰ ਆਪਾਂ ਉਹ ਕ੍ਰਾਈਮ ਕਰਨ 'ਚ ਸਾਨੂੰ ਕੀ ਸਾਡਾ ਕੀ ਹਰਜ ਹੈ। ਜੇ ਆਪਣੇ ਮਨ 'ਚ ਡਰ ਰਹੇ ਕਿ ਜੇ ਮੈਂ ਰੋਡ ਤੇ ਵੀ ਜਾ ਰਿਹਾ, ਜੇ ਮੇਥੋਂ ਕੋਈ ਐਕਸੀਡੈਂਟ ਹੋ ਗਿਆ, ਜੇ ਕੋਈ ਮੇਥੋਂ ਮਰ ਗਿਆ ਤਾਂ ਮੈਨੂੰ ਉਹਦੇ ਪੈਸੇ ਦੇਣੇ ਪੈਣਗੇ, ਮੈਨੂੰ ਭਰਨਾ ਪਊ, ਮੈਨੂੰ ਭਰਪਾਈ ਕਰਨੀ ਪਊ,
ਫਿਰ ਆਪਾਂ ਫਿਰ obviously traffic ਗੱਲ ਹੈ, signal cautious ਟੁੱਟਣ ਹੋ ਕੇ ਨਹੀਂ ਦੇਣਾ, ਚੱਲਾਂਗੇ। ਹਾਂ, ਹਾਂਜੀ, ਬਿਲਕੁਲ। ਫਿਰ ਰੈੱਡ ਜਿਹੜੀ ਲਾਲ ਬੱਤੀ ਹੁੰਦੀ ਹੈ, ਰੈੱਡ ਲਾਈਟ ਆ, ਉਹ ਵੀ ਕ੍ਰਾਸ ਨਹੀਂ ਕਰਨੀ ਕਿਸੇ ਨੇ। ਇਹ ਛੋਟੀ ਸ਼ਰਾਬ ਛੋਟੀ ਪੀ ਕੇ ਗੱਲ ਹੈ। ਗੱਡੀ ਨਹੀਂ ਚਲਾਣੀ, ਬਿਲਕੁਲ ਮੋਬਾਈਲ ਨਹੀਂ ਚਲਾਉਣੀ ਵਰਤਣਾ ਜੀ। ਕਿਸੇ ਨੇ। ਕਿਉਂਕਿ ਲੋਕਾਂ ਨੂੰ ਇਹ ਹੈ ਕਿ ਪੈਸਾ ਦੇਖੋ, ਜੇ ਕੋਈ ਮਰ ਗਿਆ ਸਰਕਾਰ ਨੇ ਨੌਕਰੀ ਦੇ ਦੇਣੀ ਹੈ, ਹਾਂ। ਜਾਂ ਮੁਆਵਜ਼ਾ ਬਣਦਾ ਉਹ ਵੀ ਸਰਕਾਰ ਨੇ ਦੇਣਾ। ਸਾਡਾ ਕੀ ਜਾਂਦਾ ਹੈ, ਵੱਧ ਤੋਂ ਵੱਧ ਕੀ ਹੋ 5 ਸਾਲ ਦੀ ਸਜ਼ਾ ਹੋ, ਉਹ ਵੀ ਹਾਈ ਲੈਵਲ ਕੇਸਿਸ ਹਾਂ, ਚ ਮੋਸਟਲੀ ਕੇਸਿਸ ਦੇ ਵਿੱਚ ਲੋਕੀ ਇਹ ਪ੍ਰੈਫਰ ਕਰਦੇ ਜੀ ਚਲੋ ਅਸੀਂ ਸਜ਼ਾ ਹੀ ਕੱਟ ਸਜ਼ਾ ਹੀ ਲੈਂਦੇ ਕੱਟ ਲਾਂਗੇ। ਹਾਂ, ਵੀ ਰੋਟੀ ਪਾਣੀ ਤਾਂ ਅੰਦਰੋਂ ਵੀ ਮਿਲ ਜਾਣਾ, ਮਿਲ ਜਾਣਾ, ਰੋਟੀ ਹਾਂਜੀ। ਖਾਣੀ ਹੈ ਕਿ ਬਾਹਰ ਵੀ ਖਾਣੀ ਹੈ, ਅੰਦਰ ਵੀ ਅੰਦਰ ਖਾਣੀ ਵੀ ਹੈਗੀ, ਖਾਣੀ ਹੈ। ਤੇ ਸਾਡਾ ਕੀ ਗਿਆ ਇਹ ਉਹੀ ਚੀਜ਼ ਤਾਂ ਵੀ ਖਾਸ ਬਾਕੀ ਕਰਕੇ ਉਨੀ ਲੋਕੀ ਕਿ ਸੈਟਿੰਗ ਸੋਚਦੇ ਆ। ਹੁੰਦੀ ਹੈ ਆਪਣੇ ਡਿਪਾਰਟਮੈਂਟਸ, ਉਨੀ ਸੈਟਿੰਗ ਹੁੰਦੀ ਹੈ ਕਿ ਸਾਲ ਕੇ ਬਾਅਦ ਜ਼ਮਾਨਤ ਤੇ ਆ ਜਾਣਾ ਬਾਹਰ, ਫਿਰ ਅੰਦਰ ਬਾਹਰ ਚੱਲੀ ਜਾਣਾ, ਕੋਈ ਕੰਮ ਤਾਂ ਖੜਦਾ ਨਹੀਂਗਾ ਜੀ। ਜੇ ਬੰਦੇ ਨੂੰ ਇਹ ਡਰ ਹੋਊਗਾ ਮਨ ਚ ਕਿ ਮੇਰੀ ਪ੍ਰਾਪਰਟੀ ਵੀ ਜਾਊਗੀ, ਮੇਰੀ ਜ਼ਮੀਨ ਜਾਊ, ਜਾਇਦਾਦ ਜਾਊ, ਸਾਰਾ ਕੁਝ ਜਾਊ, ਫਿਰ ਬੰਦਾ ਕ੍ਰਾਈਮ ਕਿਉਂ ਕਰੂ? ਤੁਸੀਂ ਦੇਖੋ, ਮੈਂ ਕਹਿੰਦਾ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਇਸ ਚੈਨਲ ਦੇ ਮਾਧਿਅਮ ਰਾਹੀਂ, ਇਹ ਸਟੈਪ ਤੁਸੀਂ ਲੈ ਕੇ ਦੇਖੋ, ਇਹ ਸਟੈਪ ਚੱਕੋ। ਜਿਹੜੀ ਪਾਰਟੀ ਦਾ ਰੋਲ ਹੈ, ਜਿਹੜੀ ਪਾਰਟੀ ਦਾ ਕ੍ਰਾਈਮ ਕੀਤਾ ਹੈ, ਜਿਹੜੇ ਰਿਸਪੌਂਸਿਬਲ ਹੈ, ਉਸ ਤੋਂ ਮੁਆਵਜ਼ਾ ਭਰਾਓ। ਤੁਸੀਂ ਦੇਖਿਓ ਮਹੀਨੇ ਕੀ ਦਿਨਾਂ ਦੇ ਅੰਦਰ ਅੰਦਰ ਕ੍ਰਾਈਮ ਰੇਟ ਘਟ ਜਾਏਗਾ ਜੀ। ਇਦਾਂ ਦਾ ਕੋਈ ਕਾਨੂੰਨ ਲੈ ਕੇ ਆਵੇ। ਵਿਰੋਧੀ ਧਿਰਾਂ ਲਗਾਤਾਰ ਗੱਲ ਕਰਦੇ ਨੇ, ਮੁਆਵਜ਼ਾ ਮੰਗਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ, ਇਹ ਟੌਪਿਕ ਚੱਕੋ। ਆਪਾਂ ਇਹ ਨਹੀਂ ਕਹਿ ਰਹੇ ਕਿ ਵਿਰੋਧੀ ਧਿਰ ਗਲਤ ਨੇ, ਹਾਂ ਕੁਝ ਜਿਹੜੇ ਇਨਸੀਡੈਂਟ ਹੁੰਦੇ ਨੇ ਉਸ 'ਚ ਸਰਕਾਰ ਦਾ ਵੀ ਹੱਥ ਹੁੰਦਾ ਹੈ, ਪਰ ਜਿਹੜੀ ਮੈਜੋਰਿਟੀ ਹੈ ਉਸ ਦੇ ਵਿੱਚ ਕੋਈ ਬੰਦੇ ਆਮ ਲੋਕ ਹੁੰਦੇ ਨੇ ਜਿਹੜੇ ਉਹੀ ਰਿਸਪੌਂਸਿਬਲ ਹੁੰਦੇ ਨੇ, ਜੇ ਚਾਹੇ ਉਹ ਵੱਡੇ ਘਰਾਣਿਆਂ 'ਚ ਹੋਣ, ਚਾਹੇ ਵੱਡੀਆਂ ਕੰਪਨੀਆਂ ਹੋਣ, ਚਾਹੇ ਉਹ ਕਾਰਪੋਰੇਟ ਸੈਕਟਰ ਹੋਵੇ, ਉਹਨਾਂ ਤੋਂ ਮੁਆਵਜ਼ਾ ਲਓ। ਤੇ ਜਿਹੜੇ ਆਮ ਲੋਕ ਜਿਨ੍ਹਾਂ ਨਾਲ ਹੋਇਆ ਕਾਂਡ, ਇਹ ਜਿਨ੍ਹਾਂ ਨਾਲ ਕੋਈ ਵੀ ਹਾਦਸਾ ਵਾਪਰਿਆ, ਉਹਨਾਂ ਨੂੰ ਇਹ ਦਿਓ ਮੁਆਵਜ਼ਾ। ਸਿੰਪਲ ਸਟੋਰੀ ਹੈ। ਜਿਹੜਾ ਆਪਣਾ ਆਮ ਲੋਕਾਂ ਦਾ ਟੈਕਸ ਦਾ ਪੈਸਾ ਹੈ, ਉਹ ਆਪਣੇ ਵੈਲਫੇਅਰ ਤੇ ਲਾਓ। ਉਹ ਆਪਾਂ ਨੂੰ ਜਿਹੜੀਆਂ ਫੈਸਿਲਿਟੀਆਂ ਆਪਾਂ ਡਿਜ਼ਰਵ ਕਰਦੇ ਆ, ਆਪਾਂ ਟੈਕਸ ਭਰਿਆ, ਉਹ ਆਪਾਂ ਨੂੰ ਫੈਸਿਲਿਟੀਆਂ ਦੇਣ ਜੀ। ਬਹੁਤ ਵਧੀਆ ਸੋਸਾਇਟੀ ਆਪਾਂ ਸਿਰਜ ਸਕਦੇ ਹਾਂ। ਇਹਦਾ ਬਹੁਤ ਵਧੀਆ ਸੋਸਾਇਟੀ, ਜਿਹੜਾ ਆਪਾਂ ਬਾਹਰਲੀ ਆਪਾਂ ਗੱਲਾਂ ਕਰਦੇ ਆ ਨਾ ਕਿ ਬਾਹਰਲੇ ਕੈਲੀਫੋਰਨੀਆ ਬਣਾ ਦੇਣਾ ਪੰਜਾਬ ਨੂੰ, ਜਾਂ ਇਦਾਂ ਦੀਆਂ ਗੱਲਾਂ ਕਰਦੇ ਆ, ਉਹ ਕੱਲੇ ਗੱਲਾਂ ਨਾਲ ਨਹੀਂ ਬਣੇਗਾ, ਉਹ ਇਦਾਂ ਦੇ ਸਟੈਪ ਚੱਕ ਕੇ ਬਣੇਗਾ। ਇਹ ਬਹੁਤ ਜ਼ਰੂਰੀ ਹੈ ਆਪਣੀ ਸਰਕਾਰ ਨੂੰ, ਆਪਣੇ ਵਿਰੋਧੀ ਪਾਰਟੀਆਂ ਨੂੰ, ਰਾਜਨੀਤਿਕ ਦਲਾਂ ਨੂੰ, ਜਿਹੜੇ ਮੀਡੀਆ ਪਰਸਨਸ ਨੇ, ਸਾਰੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਆਪਾਂ ਕਿਵੇਂ ਕਰ ਸਕਦੇ ਹਾਂ। ਹਾਂਜੀ। ਤੇ ਕਈ ਵਾਰੀ ਦੋਸ਼ੀ ਜਿਹੜਾ ਹੁੰਦਾ ਹੈਗਾ, ਦੋਸ਼ੀ ਵਰਗ ਆਪਦੇ ਆਪ ਨੂੰ ਬਚਾਉਣ ਦੇ ਲਈ, ਜਾਂ ਅਸੀਂ ਇਹ ਕਹਿ ਸਕਦੇ ਕਿ ਜੇ ਕਦੇ ਜਿਵੇਂ ਗੱਲ ਕੀਤੀ ਵੱਡੇ ਘਰਾਣਿਆਂ ਦੀ, ਤਾਂ ਉੱਥੇ ਵੀ ਇਹ ਹੋ ਜਾਂਦਾ ਹੈ ਹਾਂਜੀ ਠੀਕ ਹੈ, ਸਾਹਮਣੇ ਵਾਲੀ ਪਾਰਟੀ ਨੂੰ ਇੱਕ ਅਸੀਂ ਲਾਲਚ ਦੇ ਦਿੰਦੇ ਆ। ਤਾਂ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇ ਕਿ ਇੰਜ ਕਰਕੇ ਹੀ ਮਿਲਦੀ ਹੈ ਸਰਕਾਰੀ ਨੌਕਰੀ, ਪਰ ਅਸੀਂ ਕਹਾਂਗੇ ਕਿ ਇਹ ਤਰੀਕਾ ਜਿਹੜਾ ਹੈਗਾ ਉਹ ਸਹੀ ਨਹੀਂ ਹੈਗਾ। ਜ਼ਰੂਰਤ ਹੈਗੀ ਹੈ ਸਾਡੀ ਸਰਕਾਰ ਨੂੰ ਜਾਗਣ ਦੀ ਕਿ ਇਸ ਦੇ ਵਿੱਚ ਜਿਹੜੇ ਅਪਰਾਧਿਕ ਮਾਮਲੇ ਹੈ ਅਸੀਂ ਉਹਨਾਂ ਨੂੰ ਘੱਟ ਕਿਵੇਂ ਕਰ ਸਕਦੇ ਹਾਂ। ਤਾਂ ਉਸ ਦੇ ਲਈ ਪ੍ਰੋਪਰ ਰੂਲ ਐਂਡ ਰੈਗੂਲੇਸ਼ਨ ਸਾਨੂੰ ਬਣਾਉਣੇ ਹੀ ਪੈਣਗੇ। ਤੇ ਕਈ ਵਾਰੀ ਤਾਂ ਇੱਥੋਂ ਤੱਕ ਹੋ ਜਾਂਦਾ ਹੈਗਾ ਕਿ ਅਗਰ ਕਿਸੇ ਡਿਪਾਰਟਮੈਂਟ ਦੇ ਵਿੱਚ ਅਕਸਰ ਹੀ ਦੇਖਦੇ ਆ ਕਿ ਅਕਸਰ ਹੈਂਡੀਕੈਪ ਵਾਲੀ ਗੱਲ ਵੀ ਇੱਕ ਗੁਰਿੰਦਰ ਜੀ ਹੁੰਦੀ ਹੈਗੀ ਆ ਕਿ ਕੁਝ ਕੁ ਪਰਸਨ ਜਿਹੜੇ ਹੈਗੇ ਆਪਦੀ ਚੀਚੀ ਉਂਗਲ ਕੱਟ ਦਿੰਦੇ ਆ, ਤਾਂ ਉਸ ਤੋਂ ਬਾਅਦ ਇੱਕ ਹੈਂਡੀਕੈਪ ਦਾ ਸਰਟੀਫਿਕੇਟ ਈਜ਼ੀਲੀ ਮਿਲ ਜਾਂਦਾ ਹੈ ਨਾ। ਤਾਂ ਉਸ ਨੂੰ ਵੀ ਇਸ ਢੰਗ ਦੇ ਨਾਲ ਹੀ ਯੂਜ਼ ਕੀਤਾ ਜਾਂਦਾ, ਵਰਤਿਆ ਜਾਂਦਾ ਜੀ ਅਸੀਂ ਤਾਂ ਹੈਂਡੀਕੈਪਡ ਹੋ ਗਏ ਤੇ ਸਾਡੇ ਅੱਗੇ ਬੇਟੇ ਨੂੰ ਨੌਕਰੀ ਦੇ ਦਿੱਤੀ ਜਾਵੇ। ਤਾਂ ਉੱਥੇ ਸਰਕਾਰ ਨੂੰ ਸੋਚਣ ਦੀ ਜ਼ਰੂਰਤ ਹੈਗੀ ਹੈ ਕਿ ਕਿਉਂ ਇੱਕ ਜੇ ਸਰਕਾਰੀ ਅਹੁਦੇ ਦੇ ਉੱਪਰ ਇੱਕ ਮੁਲਾਜ਼ਮ ਲੱਗਿਆ ਹੋਇਆ ਤਾਂ ਉਸੇ ਪਰਿਵਾਰ ਨੂੰ ਜੇ ਨੌਕਰੀ ਮਿਲੂਗੀ ਤਾਂ ਕਿਹੜੀਆਂ ਸ਼ਰਤਾਂ ਤੇ ਮਿਲੂਗੀ। ਇਹ ਸਰਕਾਰੀ ਨੌਕਰੀ ਇੰਨੀ ਆਸਾਨੀ ਨਾਲ ਕਿਵੇਂ ਮਿਲ ਸਕਦੀ ਹੈ? ਤੇ ਜਿਹੜੇ ਦੂਸਰੇ ਜੇ ਉਸ ਦੀ ਲਾਈਨ ਦੇ ਵਿੱਚ ਪਹਿਲਾਂ ਹੀ 10 ਨੌਜਵਾਨ ਖੜੇ ਆ, 20 ਨੌਜਵਾਨ ਖੜੇ ਆ, ਟੈਸਟ ਕਲੀਅਰ ਕਰਕੇ ਖੜੇ ਆ, ਤੇ ਉਹਨਾਂ ਦੇ ਕੋਲ ਪ੍ਰੋਪਰ ਡਿਗਰੀ ਹੈ, ਸਭ ਕੁਝ ਹੈਗਾ, ਤਾਂ ਫਿਰ ਉਸ ਦੇ ਸੰਦਰਭ ਦੇ ਵਿੱਚ ਇੱਕ ਹੈਂਡੀਕੈਪਡ ਬਾਪ ਦੇ ਇੱਕ ਬੇਟੇ ਨੂੰ ਨੌਕਰੀ ਦੇ ਦੇਣਾ ਕਿੱਥੋਂ ਤੱਕ ਦੀ ਇਨਸਾਨੀਅਤ ਹੈਗੀ ਹੈ? ਇੱਥੇ ਇਹ ਵੀ ਦੇਖੋ ਮਨਦੀਪ, ਜਦੋਂ ਹੁਣ ਆਪਾਂ ਗੱਲ ਕਰਦੇ ਹਾਂ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰਿਟਾਇਰਮੈਂਟ ਤੋਂ 2-4 ਸਾਲ ਪਹਿਲਾਂ ਹੀ ਇਹ ਚੀਚੀ ਵੱਟਣਾ ਹੋ ਗਿਆ, ਹਾਂਜੀ ਅਕਸਰ ਬਿਲਕੁਲ ਇਹ ਕਾਮਨ ਜੀ ਗੱਲ ਹੈ। ਫਿਰ ਸਰਕਾਰ ਇਹ ਕਿਉਂ ਨਹੀਂ ਕਰਦੀ ਕਿ ਜਿਹੜੇ ਸਾਲ ਉਹਨਾਂ ਦੇ ਬਚਦੇ ਹੁੰਦੇ ਆ ਸਰਵਿਸ ਦੇ, 4 ਸਾਲ ਸਰਵਿਸ ਦੇ, 4 ਸਾਲ ਬਚੇ ਉਹਨੇ ਸਰਵਿਸ ਦੇ ਦਿਓ, ਉਸ ਤੋਂ ਬਾਅਦ ਉਹਨਾਂ ਦੇ ਟੈਸਟ ਲਓ, ਕੁਆਲੀਫਿਕੇਸ਼ਨ ਚੈੱਕ ਕਰੋ, ਜੇ ਉਹ ਮੈਰਿਟ ਚਾਹੁੰਦੇ ਨੇ, ਜੇ ਉਹਨਾਂ ਦਾ ਟੈਸਟ ਕਲੀਅਰ ਹੈ, ਇੰਟਰਵਿਊ ਕਲੀਅਰ ਹੈ, ਫਿਰ ਉਹਨਾਂ ਨੂੰ ਦੇ ਦਿਓ ਜੋ ਡਿਜ਼ਰਵਿੰਗ ਹੋਣਗੇ। ਜੇ ਨਹੀਂ ਹੋਣਗੇ ਤਾਂ ਕਿਉਂਕਿ ਉਹ ਜਿਹੜੇ ਉਹਦੇ ਫਾਦਰ ਨੇ ਜਾਂ ਜਿਹੜਾ ਉਹਦਾ ਜੋ ਵੀ ਰਿਲੇਸ਼ਨ ਹੈ, ਉਹਨਾਂ ਨੇ ਤਾਂ 19 ਸਾਲ ਹੀ ਸਰਵਿਸ ਕਰਨੀ ਸੀ ਨਾ। ਉਸ ਤੋਂ ਬਾਅਦ ਤੁਸੀਂ ਐ ਖੈਰਾਤ ਚ ਵੰਡੋ ਨਾ ਇਹ ਸਰਕਾਰੀ ਨੌਕਰੀਆਂ। ਇਹ ਬਹੁਤ ਵੱਡੀ ਪ੍ਰਿਵਿਲੇਜ ਹੈ, ਇਹਨੂੰ ਜਿਹੜੇ ਡਿਜ਼ਰਵਡ ਕੈਂਡੀਡੇਟਸ ਨੇ ਸਿਰਫ ਉਹਨਾਂ ਨੂੰ ਹੀ ਦਿਓ। ਬਹੁਤ ਲੋੜ ਹੈ। ਅੱਜ ਆਪਣਾ ਪੰਜਾਬ ਦਾ ਯੂਥ ਸਾਰਾ ਪੰਜਾਬ ਛੱਡ ਕੇ ਬਾਹਰ ਜਾ ਚੁੱਕਿਆ ਹੈ, ਜਿਹੜੇ ਰਹਿ ਗਏ ਉਹ ਵੀ ਜਾ ਰਹੇ ਨੇ। ਜੇ ਉਹਨਾਂ ਨੂੰ ਰੋਕਣਾ ਤਾਂ ਇਦਾਂ ਹੀ ਕਰਨਾ ਪਏਗਾ, ਆਪਾਂ ਨੂੰ ਸਟੈਪ ਚੱਕਣੇ ਪੈਣਗੇ। ਜੀ ਦੋਸਤੋ, ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਮਿਲਦੀ ਹੈ ਸਰਕਾਰੀ ਨੌਕਰੀ, ਪਰ ਤਰੀਕਾ ਜਿਹੜਾ ਹੈਗਾ ਉਹ ਸਹੀ ਹੈ ਜਾਂ ਗਲਤ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ। ਪਰ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ। ਤੇ ਇਸੇ ਨਾਲ ਹੀ ਮੈਨੂੰ ਮਨਦੀਪ ਮਸੋਨੂ ਅੱਜ ਦਾ ਪ੍ਰੋਗਰਾਮ ਹਾਲ ਬਿਆਨੀ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ।